ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਦਾਸ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲੇ ਮਹਾਂਪੁਰਖਾਂ ਦੇ ਜੀਵਨ ਦੀ ਅਗਲੀ ਕਥਾ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਮਹਾਂਪੁਰਖ ਬਾਬਾ ਕਾਹਨ ਸਿੰਘ ਜੀ ਹੋਏ ਆ, ਜਿਹੜੇ ਪਿਸ਼ੌਰ ਸ਼ਹਿਰ ਦੇ ਵਸਨੀਕ ਸੀਗੇ, ਉਸ ਇਲਾਕੇ ਵਿੱਚ ਰਹਿੰਦੇ ਸੀਗੇ। ਤੇ ਇਹ ਜਿਹੜੇ ਹੈ ਨਾ ਸਾਧੂ ਸੀ ਸੰਤ ਬਾਬਾ ਕਾਹਨ ਸਿੰਘ ਜੀ, ਇਹ ਬੜੇ ਅਲਮਸਤ ਸਾਧੂ ਹੋਏ ਆ। ਇਹ ਆਪਣੀ ਬਿਰਤੀ ਦੇ ਵਿੱਚ ਦਿਗੰਬਰ ਦਾ ਰੂਪ ਧਾਰ ਕੇ ਜਿਹੜੇ ਸੀਗੇ ਇਹ ਵਿਚਰਦੇ ਰਹਿੰਦੇ ਸੀਗੇ। ਸੋ ਸੰਤ ਬਾਬਾ ਕਾਹਨ ਸਿੰਘ ਹੁਣਾਂ ਦਾ ਬਈ ਪ੍ਰਤਾਪ ਇੰਨਾ ਜ਼ਿਆਦਾ ਸੀਗਾ ਇਸ ਪਿਸ਼ੌਰ ਸ਼ਹਿਰ ਦੇ ਇਲਾਕੇ ਦੇ ਅੰਦਰ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸੀਗੀਆਂ ਨਾ ਆਪਣੀ ਕਾਮਨਾ ਨੂੰ, ਇੱਛਾ ਨੂੰ ਲੈ ਕੇ ਇਹਨਾਂ ਮਹਾਂਪੁਰਖਾਂ ਦੇ ਕੋਲ ਆਉਂਦੀਆਂ ਸੀਗੀਆਂ। ਜਦੋਂ ਆਪਣੀਆਂ ਕਾਮਨਾ ਇੱਛਾ ਲੈ ਕੇ ਬਾਬਾ ਕਾਹਨ ਸਿੰਘ ਦੇ ਦਰਸ਼ਨ ਕਰ ਸੰਗਤਾਂ ਆਉਂਦੀਆਂ ਸੀਗੀਆਂ, ਅਤੇ ਬਾਬਾ ਕਾਹਨ ਸਿੰਘ ਹੁਣੀ ਜਿਹੜੇ ਸੀਗੇ ਹੈ ਨਾ ਇਹ ਬਹੁਤ ਜ਼ਿਆਦਾ ਸੰਗਤਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਆਪਣੀ ਜਿਹੜੀ ਇਹ ਲੀਲਾ ਰਚਦੇ ਹੁੰਦੇ ਸੀਗੇ, ਇਹਦੇ ਵਿੱਚ ਬੜੀਆਂ ਗਾਲਾਂ ਕੱਢਦੇ ਸੀਗੇ। ਨਿਰੀਆਂ ਗਾਲਾਂ ਨਹੀਂ ਸੀ ਕੱਢਦੇ, ਇਹ ਮਹਾਂਪੁਰਖ ਇੱਟਾਂ ਬੱਟੇ ਵੀ ਮਾਰਦੇ ਹੁੰਦੇ ਸੀਗੇ। ਪਰ ਅਗਰ ਕੋਈ ਬਹੁਤ ਜ਼ਿਆਦਾ ਇਹਨਾਂ ਦੀਆਂ ਜਿਹੜੀਆਂ ਹਨ ਇਸ ਤਰ੍ਹਾਂ ਦੀਆਂ ਗਾਲਾਂ ਜਾਂ ਇੱਟਾਂ ਪੱਥਰਾਂ ਨੂੰ ਜਰ ਜਾਂਦਾ ਸੀਗਾ, ਅਗਰ ਫਿਰ ਵੀ ਨਹੀਂ ਸੀ ਜਰ ਜਾਂਦਾ ਤਾਂ ਫਿਰ ਮਹਾਂਪੁਰਖ ਜਿਹੜੇ ਆਪਣੇ ਸਾਹਮਣੇ ਇੱਕ ਅੱਗ ਦਾ ਧੂੰਆਂ ਬਾਲ ਕੇ ਰੱਖਦੇ ਸੀ, ਉਹਦੇ ਵਿੱਚੋਂ ਕਈ ਵਾਰੀ ਬਲ ਦੀ ਲੱਕੜ ਕੱਢ ਕੇ ਹੈ ਨਾ ਉਸ ਪ੍ਰੇਮੀ ਦੇ ਵੀ ਮਾਰ ਦਿੰਦੇ ਹੁੰਦੇ ਸੀ। ਪਰ ਅਗਰ ਪ੍ਰੇਮੀ ਫਿਰ ਵੀ ਸਦਕ ਦ੍ਰਿੜਤਾ ਦੇ ਨਾਲ ਇਸੇ ਤਰ੍ਹਾਂ ਅਡੋਲ ਅਵਸਥਾ 'ਚ ਬੈਠਾ ਰਹਿੰਦਾ ਸੀਗਾ ਅਤੇ ਉਹਦੀ ਜਿਹੜੀ ਮਨੋਕਾਮਨਾ ਸੀ ਹੈ ਨਾ ਉਹ ਅਵਸ਼ ਪੂਰੀ ਹੁੰਦੀ ਸੀਗੀ। ਸੋ ਇਹ ਜਿਹੜੇ ਹੈ ਨਾ ਅਲਮਸਤ ਸਾਧੂ ਦਿਗੰਬਰ ਸਾਧੂ ਹੋਏ ਆ, ਇਹਨਾਂ ਦਾ ਪ੍ਰਤਾਪ ਜਿਹੜਾ ਸੀ ਨਾ ਇਸ ਇਲਾਕੇ ਵਿੱਚ ਬੜਾ ਜ਼ਿਆਦਾ ਸੀਗਾ। ਸੋ ਇੱਕ ਵਾਰ ਦੀ ਘਟਨਾ ਕਿ ਇੱਕ ਸ਼ਾਹੂਕਾਰ ਅਤੇ ਉਹਦੀ ਜਿਹੜੀ ਸੀ ਧਰਮ ਪਤਨੀ, ਜਿਹਨੂੰ ਸਮਾਂ ਪਾ ਕੇ ਹੈ ਨਾ ਅੱਖ ਦੇ ਵਿੱਚ ਕਾਲਾ ਮੋਤੀਆ ਉਤਰਿਆ ਸੀ ਉਹਦੇ, ਅਤੇ ਉਹਨੂੰ ਜਿਹੜਾ ਹੈ ਨਾ ਜਿਹੜੀ ਨਜ਼ਰ ਸੀਗੀ ਬਹੁਤ ਘੱਟ ਦਿਖਾਈ ਦਿੰਦਾ ਸੀਗਾ। ਇਹਨਾਂ ਨੇ ਵੀ ਹੈ ਨਾ ਇਹ ਸੰਤ ਬਾਬਾ ਕਾਹਨ ਸਿੰਘ ਹੁਣਾਂ ਦੀ ਬੜੀ ਉਸਤਤ ਸੁਣੀ, ਅਤੇ ਇਹ ਵੀ ਦੋਨੇ ਜਾਣੇ ਜਿਹੜੇ ਸੀ ਇਹ ਪਤੀ ਪਤਨੀ ਬਾਬਾ ਕਾਹਨ ਸਿੰਘ ਹੁਣਾਂ ਦੇ ਦਰਸ਼ਨਾਂ ਵਾਸਤੇ ਆਏ। ਕਿਸੇ ਪ੍ਰੇਮੀ ਨੇ ਇਸ ਸ਼ਾਹੂਕਾਰ ਨੂੰ ਅਤੇ ਇਹਦੀ ਪਤਨੀ ਨੂੰ ਪਹਿਲਾਂ ਚੰਗੀ ਤਰ੍ਹਾਂ ਦੱਸਿਆ ਸੀਗਾ ਕਿ ਜਿਹੜੇ ਬਾਬਾ ਕਾਹਨ ਸਿੰਘ ਜੀ ਆ ਇਹ ਅਲਮਸਤ ਸਾਧੂ ਆ, ਦਿਗੰਬਰ ਹੈ, ਇਸੇ ਤਰ੍ਹਾਂ ਵਿਚਰਦੇ ਰਹਿੰਦੇ ਆ। ਕੋਈ ਵੀ ਸੰਗਤ ਆਵੇ ਉਹਨਾਂ ਨੂੰ ਗਾਲਾਂ ਅਤੇ ਇੱਟਾਂ ਬੱਟੇ ਵੀ ਮਾਰਦੇ ਆ ਅਤੇ ਕਈ ਵਾਰ ਬਲ ਦੀ ਲੱਕੜ ਵੀ ਮਾਰ ਦਿੰਦੇ ਆ। ਅਗਰ ਤੁਸੀਂ ਆਪਣੀ ਹੈ ਨਾ ਮਨ ਦੀ ਕਾਮਨਾ ਪੂਰੀ ਕਰਨੀ ਆ ਅਤੇ ਇਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਉਹਨਾਂ ਦਾ ਹਰੇਕ ਬਚਨ ਜਿਹੜਾ ਹੈ ਨਾ ਪੂਰੀ ਅਡੋਲਤਾ ਦੇ ਨਾਲ, ਪੂਰੇ ਧੀਰਜ ਅਤੇ ਪੂਰੀ ਸ਼ਾਂਤੀ ਨਾਲ ਮੰਨਣਾ ਹੈਗਾ। ਉਹਨਾਂ ਦੇ ਕਿਸੇ ਵੀ ਬਚਨ ਨੂੰ ਤੁਸੀਂ ਕੱਟਣਾ ਨਹੀਂ ਆ, ਬਸ ਇਹ ਗੱਲ ਤੁਸੀਂ ਲੜ ਬੰਨ੍ਹ ਲੈਣੀ ਆ। ਇਹ ਜਿਹੜੀ ਗੱਲ ਸੀਗੀ ਨਾ ਕਿਸੇ ਪ੍ਰੇਮੀ ਨੇ ਇਸ ਸੇਠ ਨੂੰ ਅਤੇ ਇਹਦੀ ਜਿਹੜੀ ਘਰ ਵਾਲੀ ਸਠਾਣੀ ਸੀ, ਦੋਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਪੜ੍ਹਾ ਦਿੱਤੀ ਸੀ। ਸੋ ਜਦੋਂ ਉਹ ਸ਼ਾਹੂਕਾਰ ਅਤੇ ਉਹਦੀ ਪਤਨੀ ਬਾਬਾ ਕਾਹਨ ਸਿੰਘ ਹੁਣਾਂ ਦੇ ਦਰਸ਼ਨਾਂ ਵਾਸਤੇ ਆਏ ਅਤੇ ਜਿਨ੍ਹਾਂ ਨੂੰ ਦੇਖਦੇ ਹਨ ਬਾਬਾ ਕਾਹਨ ਸਿੰਘ ਹੁਣਾਂ ਨੇ ਪਹਿਲਾਂ ਤਾਂ ਉੱਚੀ ਉੱਚੀ ਇਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦ ਇਹ ਗਾਲਾਂ ਸੁਣ ਕੇ ਵੀ ਕੋਲੋਂ ਆਉਣੋਂ ਨਹੀਂ ਹਟੇ, ਫਿਰ ਇਹਨਾਂ ਦੇ ਇੱਟਾਂ ਬੱਟੇ ਮਾਰਨੇ ਸ਼ੁਰੂ ਕੀਤੇ। ਜਦ ਇੱਟਾਂ ਬੱਟਿਆਂ ਦਾ ਵੀ ਇਹਨਾਂ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਫਿਰ ਬਾਬਾ ਕਾਹਨ ਸਿੰਘ ਹੁਣਾਂ ਨੇ ਦੇਖ ਲਿਆ ਕਿ ਇਸ ਤਰ੍ਹਾਂ ਤਾਂ ਇਹ ਨਹੀਂ ਭੱਜਦੇ। ਫਿਰ ਉਹਨਾਂ ਨੇ ਕੀ ਕੀਤਾ ਹੈਗਾ, ਆਪਣੀ ਇੱਕ ਜਿਹੜੀ ਬਲ ਦੀ ਲੱਕੜ ਸੀ ਧੂੰਏਂ 'ਚ ਉਹ ਬਾਹਰ ਕੱਢੀ। ਜਦ ਉਹ ਬਾਹਰ ਕੱਢੀ ਆ, ਪਰ ਫਿਰ ਵੀ ਇਹ ਬਲ ਦੀ ਲੱਕੜ ਦੇ ਮੋਹਰੇ ਹੈ ਨਾ ਇਹ ਜਿਹੜਾ ਸ਼ਾਹੂਕਾਰ ਸੀ ਅਤੇ ਇਹਦੀ ਜਿਹੜੀ ਪਤਨੀ ਸੀ ਦੋਨੇ ਲੰਮੇ ਪੈ ਗਏ। ਜਦ ਲੰਮੇ ਪੈ ਗਏ ਤਾਂ ਬਾਬਾ ਕਾਹਨ ਸਿੰਘ ਹੁਣਾਂ ਨੇ ਤੱਕ ਲੈ ਕੇ ਇਹ ਪੱਕੇ ਸ਼ਰਧਾਲੂ ਆ, ਇਹਨਾਂ ਦੀ ਮਨੌਤ ਤਾਂ ਪੂਰੀ ਕਰਨੀ ਪੈਣੀ ਆ। ਫਿਰ ਬਾਬਾ ਕਾਹਨ ਸਿੰਘ ਹੁਣਾਂ ਨੇ ਜਿਹੜੀ ਲੱਕੜ ਸੀ ਹੈ ਨਾ ਧੂੰਏਂ ਵੱਲ ਛੱਡ ਦਿੱਤੀ। ਧੂੰਏਂ ਵੱਲ ਛੱਡ ਕੇ ਇਹਨਾਂ ਦੋਨਾਂ ਸ਼ਾਹੂਕਾਰ ਅਤੇ ਦੀ ਪਤਨੀ ਨੂੰ ਉਠਾਲ ਕੇ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰੋ, ਜਾ ਕੇ ਬਾਜ਼ਾਰ 'ਚੋਂ ਮਠਿਆਈ ਲੈ ਕੇ ਆਓ ਅਤੇ ਇੱਕ ਤੁਸੀਂ ਸ਼ਰਾਬ ਦੀ ਬੋਤਲ ਲੈ ਕੇ ਆਓ। ਦੇਖੋ ਇਸੇ ਤਰ੍ਹਾਂ ਸ਼ਾਹੂਕਾਰ ਨੇ 7 ਵਚਨ ਕਰਕੇ ਥੋੜ੍ਹੀ ਮਠਿਆਈ ਲਿਆਂਦੀ, ਇੱਕ ਸ਼ਰਾਬ ਦੀ ਬੋਤਲ ਵੀ ਬਾਬਾ ਕਾਹਨ ਸਿੰਘ ਹੁਣਾਂ ਵਾਸਤੇ ਲੈ ਕੇ ਆਏ। ਜਦ ਲੈ ਕੇ ਆਏ ਅਤੇ ਬਾਬਾ ਕਾਹਨ ਸਿੰਘ ਹੁਣਾਂ ਦੇ ਨਾਲ ਜਿਹੜੀ ਹੋਰ ਸੰਗਤ ਬੈਠੀ ਹੁੰਦੀ ਸੀ ਨਾ ਉਹ ਵੀ ਬਾਬਾ ਕਾਹਨ ਸਿੰਘ ਹੁਣਾਂ ਦੀ ਬੜੀ ਪ੍ਰੇਮੀ ਸੀ। ਬਾਬਾ ਕਾਹਨ ਸਿੰਘ ਨੇ ਉਹ ਜਿਹੜੀ ਮਠਿਆਈ ਸੀ ਉਹ ਸੰਗਤ ਵੱਲ ਛੱਡ ਦਿੱਤੀ ਅਤੇ ਸ਼ਰਾਬ ਦੀ ਬੋਤਲ ਆਪਣੇ ਪ੍ਰੇਮੀ ਵੱਲ ਛੱਡ ਦਿੱਤੀ। ਬਸ ਫਿਰ ਕੀ ਸੀ, ਜਿਹਨਾਂ ਨੂੰ ਪੀ ਕੇ ਤਾਂ ਬਾਬਾ ਕਾਹਨ ਸਿੰਘ ਹੁਣੀ ਜਿਹੜੇ ਸੀਗੇ ਉਹ ਆਪ ਵੀ ਉਸ ਸ਼ਰਾਬ ਦੀ ਬੋਤਲ ਜਿਹੜੀ ਉਹਨਾਂ ਪ੍ਰੇਮੀ ਵੱਲ ਸਿੱਟੀ ਸੀ ਉਹਨਾਂ ਨੂੰ ਦੇਖ ਕੇ ਨੱਚਣ ਲੱਗ ਪਏ। ਜਦ ਨੱਚਣ ਲੱਗ ਪਏ ਤਾਂ ਬਾਕੀ ਸਾਰੀ ਸੰਗਤ ਨੱਚਣ ਲੱਗ ਪਈ। ਪਰ ਉਹ ਜਿਹੜਾ ਸੇਠ ਸੀ ਉਹਦੀ ਘਰ ਵਾਲੀ ਸੀਗੇ, ਉਹ ਬਾਬਾ ਕਾਹਨ ਸਿੰਘ ਬਲ ਦੀ ਜਿਹੜੀ ਲੀਲਾ ਸੀ ਇਹਨੂੰ ਬੜੇ ਅਚਰਜਿਤ ਢੰਗ ਨਾਲ ਦੇਖਣ ਲੱਗੇ। ਜਦੋਂ ਬੜੀ ਹੈਰਾਨੀ ਨਾਲ ਦੇਖਣ ਲੱਗੇ ਕਿ ਮਹਾਂਪੁਰਖ ਕਰਦੇ ਕੀ ਆ।
ਪਰ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਾਇਆ ਹੋਇਆ ਸਕਿਆ ਕਿ ਮਹਾਂਪੁਰਖ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਨਾਲ ਕੋਈ ਲੀਲਾ ਕਰਨ ਹੈ ਨਾ, ਤੁਸੀਂ ਉਹਨਾਂ ਦਾ ਬਚਨ ਨਹੀਂ ਕੱਟਣਾ। ਸੋ ਇਹ ਦੇਖ ਕੇ ਜਿਹੜਾ ਸੇਠ ਸੀਗਾ ਉਹ ਵੀ ਬਾਬਾ ਜੀ ਦੇ ਨਾਲ ਹੀ ਨੱਚਣ ਲੱਗ ਪਿਆ। ਜਦ ਨੱਚਣ ਲੱਗ ਪਿਆ ਤੇ ਬਾਬਾ ਕਾਂਸੂ ਹੁਣਾਂ ਨੇ ਸੇਠ ਨੂੰ ਕਹਿਤਾ, ਕਹਿੰਦੇ ਤੂੰ ਤਾਂ ਨੱਚਣ ਲੱਗੇ ਪਿਆ, ਤੇਰੀ ਘਰਵਾਲੀ ਜਿਹੜੀ ਹੈ ਉਹ ਨਹੀਂ ਨੱਚਦੀ, ਉਹ ਕਿੱਥੇ ਗਈ? ਲੈ ਇੰਨੀ ਕਹਿਣ ਦੀ ਢੇਰ ਸੀ, ਸੇਠ ਨੇ ਜੋ ਹੀ ਆਪਣੀ ਜਿਹੜੀ ਘਰਵਾਲੀ ਸੀਗੀ ਜਿਹਦੀਆਂ ਅੱਖਾਂ ਦੇ ਵਿੱਚ ਮੋਤੀਆ ਉਤਰਿਆ ਸੀ, ਜਿਹਨੂੰ ਬਹੁਤ ਘੱਟ ਦੀਦਾ ਸੀਗਾ, ਜੋ ਵੀ ਬਾਂਹ ਫੜ ਕੇ ਨਚਾਉਣ ਲੱਗਾ, ਜਦ ਕੀ ਦੇਖਿਆ ਕਿ ਜ਼ਾਹਰੀ ਕਰਾਮਾਤ ਹੋਈ ਤਾਂ ਉਹ ਜਿਹੜੀ ਬੀਬੀ ਦੀ ਨਜ਼ਰ ਸੀ ਉਸੇ ਟਾਈਮ ਪੂਰੀ ਪ੍ਰਤੱਖ ਹੋ ਗਈ। ਜਦ ਪ੍ਰਤੱਖ ਹੋ ਗਈ ਤੇ ਉਹਨੇ ਰੌਲਾ ਪਾਤਾ ਕਿ ਮੈਨੂੰ ਪੂਰੀ ਤਰ੍ਹਾਂ ਦਿਖਾਈ ਦੇਣ ਲੱਗ ਪਿਆ ਹੈਗਾ, ਪੂਰੀ ਤਰ੍ਹਾਂ ਦਿਖਾਈ ਦੇਣ ਲੱਗ ਪਿਆ ਹੈ। ਸੋ ਇਹ ਇਸੇ ਕਰਕੇ ਨਾ ਬਾਬਾ ਕਾਂਸੂ ਹੁਣਾਂ ਦੀ ਇਹ ਜਿਹੜਾ ਪਿਸ਼ੌਰ ਸ਼ਹਿਰ ਸੀਗਾ ਇਹਦੇ ਵਿੱਚ ਬੜੀ ਚਰਚਾ ਜਿਹੜੀ ਸੀ ਆਮ ਘਰਾਂ ਦੇ ਵਿੱਚ ਸੁਣੀ ਸੀ। ਅਤੇ ਇਹ ਮਹਿਮਾ ਜਿਹੜੀ ਸੀਗੀ ਬੜੀ ਗਾਈ ਜਾਂਦੀ ਸੀ ਕਿ ਅਗਰ ਕੋਈ ਉਹਨਾਂ ਦੀ ਜਿਹੜੀ ਹੈ ਨਾ ਹੱਠ ਹੈਗਾ, ਜੋ ਉਹਨਾਂ ਦਾ ਵਰਤਾਰਾ ਹੈਗਾ, ਉਸ ਵਰਤਾਰੇ ਨੂੰ ਕੋਈ ਸਹਿਣ ਕਰ ਲੈਂਦਾ, ਉਹਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਆ। ਸੋ ਜਦੋਂ ਸੰਤ ਬਾਬਾ ਜਵਾਲਾ ਸਿੰਘ ਜੀ, ਜਦ ਇਹਨਾਂ ਦੀ ਜਿਹੜੀ ਪਲਾਟੂਨ ਸੀ 35 ਸਿੱਖ ਬਟਾਲੀਅਨ, ਜਦ ਪਿਸ਼ੌਰ ਸ਼ਹਿਰ ਦੇ ਵਿੱਚ ਗਈ ਆ ਅਤੇ ਉੱਥੇ ਬਾਬਾ ਜਵਾਲਾ ਸਿੰਘ ਹਰਖਵਾਲੇ ਮਹਾਂਪੁਰਖਾਂ ਨੇ ਦੇ ਸਾਰੇ ਹੈ ਨਾ ਪਲਟੂਨ ਦੇ ਵਿੱਚ ਇਹ ਸੁਣਿਆ ਕਿ ਸੰਤ ਬਾਬਾ ਕਾਂਸੂ ਹੁਣੀ ਇਸ ਇਲਾਕੇ ਦੇ ਵਿੱਚ ਜਿਹੜੇ ਬੜੇ ਅਲਮਸਤ ਸਾਧੂ ਹੈਗੇ ਆ, ਦਿਗੰਬਰ ਅਵਸਥਾ 'ਚ ਰਹਿੰਦੇ ਹੈਗੇ, ਅਤੇ ਉਹਨਾਂ ਦੀ ਸ਼ੋਭਾ ਜਿਹੜੀ ਘਰ ਘਰ ਹੈਗੀ ਆ। ਅਤੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਵੀ ਦੇਖਿਆ ਹੈਗਾ ਕਿ ਫੌਜ ਦੇ ਹੈ ਨਾ ਬਹੁਤ ਸਾਰੇ ਜਿਹੜੇ ਜਵਾਨ ਹੈਗੇ ਆ, ਉਹਨਾਂ ਨੂੰ ਵੀ ਜਦ ਫੁਰਸਤ ਮਿਲਦੀ ਆ ਤਾਂ ਉਹ ਬਾਬਾ ਕਾਂਸੂ ਹੁਣਾਂ ਦੇ ਦਰਸ਼ਨ ਕਰਨ ਜਾਂਦੇ ਆ। ਅਤੇ ਕਈ ਬਾਬਾ ਕਾਂਸੂ ਹੁਣਾਂ ਤੋਂ ਗਾਲਾਂ ਖਾ ਕੇ ਜਾਂ ਇੱਟਾਂ ਪੱਥਰ ਖਾ ਕੇ ਮੁੜ ਵੀ ਆਉਂਦੇ ਆ, ਕਈ ਜਿਹੜੇ ਜਵਾਨ ਉਹ ਫਿਰ ਵੀ ਜਾਂਦੇ ਰਹਿੰਦੇ ਆ। ਪਰ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਮਨ 'ਚ ਫੈਸਲਾ ਕੀਤਾ ਕਿ ਮੈਂ ਵੀ ਇਹਨਾਂ ਸਾਧੂਆਂ ਦੇ ਦਰਸ਼ਨ ਕਰਨੇ ਆ, ਪਰ ਦਰਸ਼ਨ ਇਸ ਢੰਗ ਨਾਲ ਕਰਨੇ ਆ ਕਿ ਇੱਕ ਵਾਰੀ ਜਾਣਾ ਹੈ ਨਾ, ਅਤੇ ਜਦ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਉਂਦਾ ਤਦ ਤੱਕ ਮੈਂ ਬਾਬਾ ਕਾਂਸੂ ਹੁਣਾਂ ਦਾ ਚਰਨ ਨਹੀਂ ਛੱਡਣੇ ਹੈਗੇ। ਜਦ ਬਾਬਾ ਜਵਾਲਾ ਸਿੰਘ ਹੁਣਾਂ ਨੇ ਮਨ ਇਹ ਜਿਹੜੀ ਸਾਰੀ ਖੇਡ ਆ ਜਾਂ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਲਿਆ, ਫਿਰ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀਗੇ ਉਹ ਸੰਤ ਬਾਬਾ ਕਾਂਸੂ ਹੁਣਾਂ ਦੇ ਦਰਸ਼ਨਾਂ ਨੂੰ ਗਏ। ਜਦ ਦਰਸ਼ਨ ਨੂੰ ਗਏ ਤਾਂ ਇੱਧਰ ਬਾਬਾ ਕਾਂਸੂ ਹੁਣੀ ਵੀ ਆਪਣੀ ਮੌਜ ਦੇ ਵਿੱਚ ਕਿਤੇ ਬੈਠੇ ਸੀਗੇ। ਜਦ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀ ਸਾਹਮਣੇ ਆਏ ਅਤੇ ਬਾਬਾ ਕਾਂਸੂ ਹੁਣਾਂ ਨੇ ਜਵਾਲਾ ਸਿੰਘ ਨੂੰ ਦੇਖਦਿਆਂ ਹਨ ਉੱਚੀ ਉੱਚੀ ਪਹਿਲਾਂ ਤਾਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। ਜਦ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਅਤੇ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹ ਰੁਕੇ ਨਹੀਂ ਕਿ ਗਾਲਾਂ ਸੁਣ ਕੇ ਅੱਗੇ ਤੋਂ ਅੱਗੇ ਚੱਲਦੇ ਰਹੇ। ਫਿਰ ਬਾਬਾ ਕਾਂਸੂ ਹੁਣਾਂ ਨੇ ਫਿਰ ਇੱਟਾਂ ਪੱਥਰ ਮਾਰਨੇ ਸ਼ੁਰੂ ਕੀਤੇ। ਜਦ ਇੱਟਾਂ ਪੱਥਰ ਮਾਰਨੇ ਸ਼ੁਰੂ ਕੀਤੇ, ਪਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹ ਇੱਟਾਂ ਪੱਥਰ ਖਾਂਦੇ ਹੋਏ ਵੀ ਨਹੀਂ ਰੁਕੇ। ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਚੱਲਦੇ ਗਏ। ਅਖੀਰ ਜਦੋਂ ਚੱਲਦੇ ਗਏ ਤਾਂ ਇੱਧਰ ਬਾਬਾ ਕਾਂਸੂ ਹੁਣਾਂ ਨੇ ਦੇਖਿਆ ਕਿ ਇਹ ਗੁਰਸਿੱਖ ਜਿਹੜੇ ਹਨ ਆਪਣੇ ਧੁਨ ਦੇ ਪੱਕੇ ਹੈਗੇ ਆ। ਫਿਰ ਉਹਨਾਂ ਨੇ ਹੈ ਨਾ ਉੱਚੀ ਉੱਚੀ ਇਹ ਕੋਣਾ ਜਿਹੜਾ ਸੀਗਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਾਰਿਆਂ ਦੇ ਵਿੱਚ। ਉਹਦੇ ਵਿੱਚ ਕਹਿਣ ਲੱਗੇ, ਕਹਿੰਦੇ ਲੁੱਟ ਲਿਆ, ਮਾਰ ਲਿਆ। ਜਦ ਇਸ ਤਰ੍ਹਾਂ ਬਾਬਾ ਕਾਂਸੂ ਹੁਣੀ ਉੱਚੀ ਉੱਚੀ ਬੋਲਣ ਲੱਗ ਪਏ ਅਤੇ ਨਾਲ ਇਹ ਵੀ ਕਹਿਣ ਲੱਗ ਪਏ, ਕਹਿੰਦੇ ਬਚਾਓ, ਛਡਾਓ। ਜਦ ਇੰਨੀ ਗੱਲ ਹੋਈ ਆ ਅਤੇ ਜਿਹੜੇ ਬਾਬਾ ਕਾਂਸੂ ਦੇ ਲਾਗੇ ਪ੍ਰੇਮੀ ਸੀ ਉਹਨਾਂ ਨੇ ਹੈ ਨਾ ਬਾਬਾ ਜਵਾਲਾ ਸਿੰਘ ਦੇ ਮੂਹਰੇ ਜਾ ਕੇ ਬੇਨਤੀ ਕੀਤੀ ਕਿ ਤੁਹਾਡੇ ਆਉਣ ਨਾਲ ਅਤੇ ਬਾਬਾ ਕਾਂਸੂ ਹੁਣਾਂ ਨੂੰ ਬਹੁਤ ਤਕਲੀਫ ਹੋਈ ਹੈ, ਇਸੇ ਕਰਕੇ ਉਹ ਕਹਿ ਰਹੇ ਆ ਕਿ ਲੁੱਟ ਲਿਆ, ਮਾਰ ਲਿਆ, ਬਚਾਓ, ਛਡਾਓ। ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਵਾਪਸ ਆਪਣੀ ਹੈ ਨਾ ਫੌਜ ਪਲਟੂਨ ਦੇ ਵਿੱਚ ਵਾਪਸ ਚਲੇ ਜਾਓ। ਪਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਬਾਕੀ ਸਾਰੀ ਸੰਗਤ ਨੂੰ ਕਹਿ ਤਾ ਕਿ ਤੁਸੀਂ ਸਾਰੇ ਹੈ ਨਾ ਚੁੱਪ ਕਰ ਜਾਓ, ਇਹ ਜਿਹੜੀ ਜੋ ਵਰਤਾਰਾ ਹੈਗਾ ਇਹ ਹੁਣ ਸਾਡੇ ਤਾਂ ਬਾਬਾ ਕਾਂਸੂ ਹੁਣਾਂ ਦੇ ਵਿੱਚ ਹੈਗਾ, ਤੁਸੀਂ ਕੁਛ ਨਾ ਬੋਲੋ, ਬਾਕੀ ਅਸੀਂ ਜਾਣੀਏ ਜਾਂ ਬਾਬਾ ਕਾਂਸੂ ਹੁਣੀ ਜਾਣਨ। ਜਦ ਇੰਨੀ ਗੱਲ ਕਹਿਣ ਦੀ ਢੇਰ ਸੀ, ਬਾਕੀ ਜਿਹੜੇ ਪ੍ਰੇਮੀ ਸੀਗੇ ਉਹ ਚੁੱਪ ਕਰਕੇ ਇੱਕ ਪਾਸੇ ਹੋ ਗਏ। ਪਰ ਇੱਧਰੋਂ ਬਾਬਾ ਜਿਹੜੇ ਕਾਂਸੂ ਹੁਣੀ ਸੀ ਉਹਨਾਂ ਨੇ ਉਸੇ ਟਾਈਮ ਆਪਣੇ ਧੂਏਂ ਦੇ ਵਿੱਚੋਂ ਕੋਈ ਬਹੁਤ ਵੱਡੀ ਬਲ ਦੀ ਜਿਹੜੀ ਲੱਕੜ ਕੱਢ ਕੇ ਬਾਬਾ ਜਵਾਲਾ ਸਿੰਘ ਵੱਲ ਭੱਜੇ। ਜਦ ਭੱਜੇ ਤਾਂ ਪਰ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀਗੇ ਉਹ ਦੇਖਦੇ ਸਾਰੀ ਪ੍ਰੇਮ ਸ਼ਰਧਾ 'ਤੇ ਹੱਥ ਜੋੜ ਕੇ ਮੋੜੇ ਜਦ ਨਿਮਰਤਾ 'ਚ ਆਏ। ਪਰ ਇੱਧਰੋਂ ਬਾਬਾ ਕਾਂਸੂ ਹੁਣਾਂ ਨੇ ਉਹ ਬਲ ਦੀ ਲੱਕੜ ਬਾਬਾ ਜਵਾਲਾ ਸਿੰਘ ਹੁਣਾਂ ਦੇ ਜ਼ੋਰ ਨਾਲ ਮਾਰ ਛੱਡੀ। ਜਦ ਮਾਰੀ ਆ ਅਤੇ ਉਸ ਲੱਕੜ ਦੇ ਨਾਲ ਬਾਬਾ ਜਵਾਲਾ ਸਿੰਘ ਹੁਣਾਂ ਦੇ ਜਿਹੜਾ ਸੀ ਉਹ ਖੂਨ ਨਿਕਲਣ ਲੱਗਾ। ਜਦ ਖੂਨ ਨਿਕਲਣ ਲੱਗਾ ਪਰ ਇੱਧਰੋਂ ਜਿਹੜੀ ਸੀ ਇਹ ਬਾਲ ਜੋ ਲੀਲਾ ਬਾਬਾ ਕਾਂਸੂ ਹੁਣੀ ਜਿਹੜੇ ਸੀ ਉਹ ਆਪਣੇ ਅੰਤਰਮੁਖੀ ਹਿਰਦੇ ਦੇ ਵਿੱਚ ਖੇਡਦੇ ਹੁੰਦੇ ਸੀਗੇ, ਉਹਨਾਂ ਨੇ ਜਦ ਦੇਖਿਆ ਮਨ ਦੇ ਵਿੱਚ ਕਿ ਇਹ ਬਾਬਾ ਜਵਾਲਾ ਸਿੰਘ ਜਿਹੜੇ ਹੈ ਇਹ ਵੀ ਆਪਣੀ ਧੁਨ ਦੇ ਬਿਲਕੁਲ ਪੱਕੇ ਹੈਗੇ ਆ। ਸੋ ਉਹਨਾਂ ਨੇ ਉਸੇ ਟਾਈਮ
ਉਹ ਜਿਹੜੀ ਲੱਕੜ ਸੀਗੀ ਇੱਕ ਪਾਸੇ ਧੂਣੇ ਵੱਲ ਸਿੱਟਦੇ ਸਾਰੀ ਬਾਬਾ ਜਵਾਲਾ ਸਿੰਘ ਨੂੰ ਆਖਿਆ, ਕਹਿੰਦੇ ਆਓ ਪ੍ਰੇਮੀਆਂ, ਤੂੰ ਇਮਤਿਹਾਨ ਵਿੱਚ ਪਾਸ ਹੋ ਗਿਆ ਹੈ, ਆਓ ਆ ਜਾ ਮੇਰੇ ਨਾਲ ਗਲ ਬੱਕੜੀ ਪਾ ਲਾ। ਦੇਖੋ ਜਦ ਇੰਨੀ ਗੱਲ ਕਹਿਣ ਦੀ ਡੇਰ ਸੀ, ਬਾਬਾ ਜਵਾਲਾ ਸਿੰਘ ਹੁਣਾਂ ਨੂੰ ਬਾਬਾ ਕਾਹਨ ਸਿੰਘ ਹੁਣਾਂ ਨੇ ਫਿਰ ਜਦ ਗਲ ਬੱਕੜੀ ਪਾਈ ਆ। ਬਸ ਇਹ ਗਲ ਬੱਕੜੀ ਕਾਹਦੀ ਸੀਗੀ ਕਿ ਦੋਨਾਂ ਦਾ ਜਿਹੜਾ ਰੂਪ ਸੀਗਾ ਨਾ ਅੰਦਰ ਪਰਸਪਰ ਵਰਤਾਰਾ, ਉਹ ਦੋਨਾਂ ਦਾ ਇਸ ਤਰ੍ਹਾਂ ਸਾਂਝਾ ਹੋ ਗਿਆ ਸੀਗਾ। ਇਸ ਸਾਂਝੇ ਵਰਤਾਰੇ ਦੇ ਵਿੱਚ ਬਾਬਾ ਜਵਾਲਾ ਸਿੰਘ ਹੁਣਾਂ ਦੀ ਜਿਹੜੀ ਬਿਰਤੀ ਸੀ ਹੈ ਨਾ, ਉਹ ਵੀ ਸੇਮ ਬਾਬਾ ਕਾਹਨ ਸਿੰਘ ਹੁਣਾਂ ਵਾਂਗੂ ਹੋ ਗਈ। ਬਸ ਬਾਬਾ ਜਵਾਲਾ ਸਿੰਘ ਹੁਣਾਂ ਦੇ ਵੀ ਜਿਹੜੇ ਵਸਤਰ ਸੀਗੇ ਉਹ ਉਸੇ ਤਰ੍ਹਾਂ ਜਿਹੜੇ ਸੀ ਉਹ ਪਾਟ ਗਏ ਸੀਗੇ। ਜਦ ਪਾਟ ਗਏ ਸੀਗੇ ਤਾਂ ਬਾਬਾ ਜਵਾਲਾ ਸਿੰਘ ਹੁਣੀ ਵੀ ਜਿਹੜੇ ਸੀ ਇਸੇ ਤਰ੍ਹਾਂ ਅਲ ਮਸਤ ਬਿਰਤੀ ਦੇ ਵਿੱਚ ਜਿਹੜੇ ਸੀਗੇ ਪਹੁੰਚ ਗਏ ਸੀਗੇ। ਬਸ ਜਿਉਂ ਪਹੁੰਚੇ ਸੀਗੇ ਤੇ ਨਾ ਕੁਛ ਖਾਂਦੇ ਸੀ ਨਾ ਪੀਂਦੇ ਸੀ। ਇਸੇ ਤਰ੍ਹਾਂ ਦਿਗੰਬਰ ਸਾਧੂ ਦੇ ਰੂਪ ਦੇ ਵਿੱਚ ਵੀ ਇਹ ਵੀ ਬਾਬਾ ਕਾਹਨ ਸਿੰਘ ਹੁਣਾਂ ਦੇ ਸਾਥੀ ਬਣ ਕੇ ਘੁੰਮਣ ਲੱਗ ਪਏ। ਜਦ ਘੁੰਮਣ ਲੱਗ ਪਏ ਇਸ ਤਰ੍ਹਾਂ ਕਰਦਿਆਂ ਜਦ 1 ਮਹੀਨਾ ਹੋ ਗਿਆ ਤੇ ਇਹਨਾਂ ਦੇ ਫੌਜ ਦੇ ਇੱਕ ਮੇਜਰ ਸਾਹਿਬ ਸੀਗੇ। ਉਹਨਾਂ ਮੇਜਰ ਸਾਹਿਬ ਦਾ ਨਾ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਲ ਬੜਾ ਪਿਆਰ ਸੀਗਾ, ਪ੍ਰੇਮ ਸੀਗਾ। ਤੇ ਜਦੋਂ ਫੌਜ ਦੇ ਜਿਹੜੇ ਸੂਬੇਦਾਰ ਮੇਜਰ ਸਾਹਿਬ ਸੀ, ਉਹਨਾਂ ਨੇ ਜਦ ਬਾਬਾ ਜਵਾਲਾ ਸਿੰਘ ਹੁਣਾਂ ਦੀ ਇਹ ਅਲ ਮਸਤ ਬਿਰਤੀ ਨੂੰ ਤੱਕਿਆ ਤੇ ਦਿਗੰਬਰ ਹਾਲਤ ਦੇਖੀ ਆ, ਤੇ ਉਹਨਾਂ ਦੇ ਮਨ ਦੇ ਵਿੱਚ ਹੈ ਨਾ ਬੜਾ ਉਦਾਸਪਨ ਆਇਆ ਕਿ ਬਾਬਾ ਜਵਾਲਾ ਸਿੰਘ ਹੁਣੀ ਦੇਖੋ ਕਿਸ ਟਾਈਮ ਕਿੰਨੀ ਉੱਚੀ ਅਵਸਥਾ ਦੇ ਸਿੰਘ ਸੀਗੇ, ਪਰ ਬਾਬਾ ਕਾਹਨ ਸਿੰਘ ਹੁਣਾਂ ਨੂੰ ਮਿਲ ਕੇ ਇਹਨਾਂ ਦੀ ਜਿਹੜੀ ਬਿਰਤੀ ਸੀ ਇਹ ਵੀ ਦਿਗੰਬਰ ਸਾਧੂਆਂ ਵਰਗੀ ਹੋ ਗਈ ਆ। ਸੋ ਸੂਬੇਦਾਰ ਜਿਹੜੇ ਮੇਜਰ ਸੀਗੇ, ਜਦ ਉਹ ਬਾਬਾ ਜਵਾਲਾ ਸਿੰਘ ਦੀ ਇਹ ਹਾਲਤ ਦੇਖਿਆ ਨਾ, ਮਨ ਵਿੱਚ ਬੜੇ ਜਿਹੜੇ ਸੀ ਉਹ ਨਾਰਾਜ਼ ਹੋਏ ਆ, ਦੁਖੀ ਹੋਏ ਆ। ਇਹ ਸੋਚ ਕੇ ਹੈ ਨਾ ਉਹ ਫਿਰ ਬਾਬਾ ਆਇਆ ਸਿੰਘ ਜੀ ਜਿਹੜੇ ਮਹਾਂਪੁਰਖ ਹੋਤੀ ਮਰਦਾਨ ਵਾਲੇ ਸੀ ਇਹਨਾਂ ਕੋਲ ਪਹੁੰਚੇ ਆ। ਜਦ ਸੂਬੇਦਾਰ ਮੇਜਰ ਸਿੰਘ ਜੀ ਬਾਬਾ ਹੋਤੀ ਮਰਦਾਨ ਮਹਾਂਪੁਰਖਾਂ ਦੇ ਕੋਲ ਪਹੁੰਚੇ ਆ, ਇਹਨਾਂ ਨੇ ਜਾ ਕੇ ਹੈ ਨਾ ਬਾਬਾ ਆਇਆ ਸਿੰਘ ਹੁਣਾਂ ਨੂੰ ਬਾਬਾ ਜਵਾਲਾ ਸਿੰਘ ਜਿਹੜੀ ਹਾਲਤ ਸੀ ਬੜੀ ਰੋ ਕੇ ਸੁਣਾਈ। ਜਦ ਰੋ ਕੇ ਸੁਣਾਈ ਤੇ ਬਾਬਾ ਆਇਆ ਸਿੰਘ ਜੀ ਇਹ ਸਾਰੀ ਜਿਹੜੀ ਗੱਲਬਾਤ ਸੀ ਇਹਨੂੰ ਬੜੇ ਪਿਆਰ ਤੇ ਗੌਰ ਦੇ ਨਾਲ ਸੁਣਦੇ ਰਹੇ ਆ। ਤੇ ਜਦੋਂ ਸੂਬੇਦਾਰ ਮੇਜਰ ਸਿੰਘ ਨੇ ਸਾਰੀ ਗੱਲ ਦੱਸੀ ਹੈ ਕਿਵੇਂ ਉਹ ਬਾਬਾ ਕਾਹਨ ਸਿੰਘ ਹੁਣਾਂ ਨਾਲ ਮਿਲ ਕੇ ਉਹਨਾਂ ਦੀ ਬਿਰਤੀ ਵੀ ਜਿਹੜੀ ਹੈ ਨਾ ਬਾਬਾ ਕਾਹਨ ਸਿੰਘ ਕਰਕੇ ਹੋ ਗਈ ਆ। ਤੇ ਫਿਰ ਬਾਬਾ ਆਇਆ ਸਿੰਘ ਜੀ ਸੂਬੇਦਾਰ ਮੇਜਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਅੱਛਾ ਇਸ ਤਰ੍ਹਾਂ ਦੀ ਉਹਨਾਂ ਦੀ ਬਿਰਤੀ ਹੋ ਗਈ ਜਵਾਲਾ ਸਿੰਘ ਦੀ? ਕਹਿੰਦੇ ਹਾਂਜੀ। ਕਹਿੰਦੇ ਚਲੋ ਇਸ ਤਰ੍ਹਾਂ ਕਰੋ, ਤੁਸੀਂ ਜਾ ਕੇ ਹੈ ਨਾ ਉੱਥੇ ਬਾਬਾ ਕਾਹਨ ਸਿੰਘ ਦੇ ਹੁਣਾਂ ਦੇ ਪਾਸ ਜਾ ਕੇ ਇੱਕ ਇਹ ਗੱਲ ਕਹਿ ਦਿਓ ਕਿ ਤੁਹਾਨੂੰ ਹੈ ਨਾ ਹੋਤੀ ਮਰਦਾਨ ਵਾਲੇ ਜਿਹੜੇ ਹੈ ਉਹ ਸਾਧੂ ਉਹਨਾਂ ਨੇ ਤੁਹਾਨੂੰ ਯਾਦ ਕੀਤਾ ਹੈਗਾ। ਜਦ ਇਹ ਬਚਨ ਬਾਬਾ ਆਇਆ ਸਿੰਘ ਹੁਣਾਂ ਨੇ ਸੂਬੇਦਾਰ ਮੇਜਰ ਸਿੰਘ ਹੁਣਾਂ ਨੂੰ ਆਖਿਆ ਤਾਂ ਫਿਰ ਮੇਜਰ ਸਿੰਘ ਹੁਣਾਂ ਦੇ ਜਿਹੜਾ ਮਨ ਦੀ ਉਦਾਸੀ ਸੀਗੀ ਉਹ ਯਕਦਮ ਜਿਹੜੀ ਸੀ ਉਹ ਖੁਸ਼ੀ ਵਿੱਚ ਬਦਲੀ। ਜਦ ਬਦਲੀ ਤਾਂ ਉਹਨਾਂ ਨੇ ਬਾਬਾ ਆਇਆ ਸਿੰਘ ਹੁਣਾਂ ਵੱਲ ਤੱਕਿਆ। ਉਸੇ ਟਾਈਮ ਬਾਬਾ ਆਇਆ ਸਿੰਘ ਨੇ ਉੱਠ ਕੇ ਹੈ ਨਾ ਇੱਕ ਜਿਹੜੇ ਵਸਤਰ ਸੀਗੇ ਉਹ ਵਸਤਰ ਜਿਹੜੇ ਸੀਗੇ ਮੇਜਰ ਸੂਬੇਦਾਰ ਸਿੰਘ ਨੂੰ ਫੜਾਏ ਆ ਤੇ ਉਹਦੇ ਹੱਥ ਵਿੱਚ ਦੇ ਕੇ ਕਹਿਣ ਲੱਗੇ, ਕਹਿੰਦੇ ਕਿ ਤੁਸੀਂ ਹੁਣ ਬਾਬਾ ਕਾਹਨ ਸਿੰਘ ਹੁਣਾਂ ਨਾਲ ਜਾਓ, ਉਹਨਾਂ ਨੂੰ ਆ ਸਾਡਾ ਜਿਹੜਾ ਨਾ ਸੁਨੇਹਾ ਦੇ ਦਿਓ, ਪਰ ਤੁਸੀਂ ਉਹਨਾਂ ਕੋਲ ਜਾਣ ਲੱਗੇ ਘਬਰਾਇਓ ਨਾ ਤਾਂ ਉਹ ਤੁਹਾਨੂੰ ਗਾਲਾਂ ਕੱਢਣਗੇ ਨਾ ਤੁਹਾਡੇ ਇੱਟਾਂ ਪੱਥਰ ਮਾਰਨਗੇ, ਉਹ ਸਮਾਂ ਤੁਹਾਡਾ ਸਤਿਕਾਰ ਕਰਨਗੇ। ਜਦੋਂ ਬਾਬਾ ਆਇਆ ਸਿੰਘ ਹੁਣਾਂ ਨੇ ਸੂਬੇਦਾਰ ਮੇਜਰ ਸਿੰਘ ਨੂੰ ਇਹ ਸਾਰੀ ਗੱਲ ਦੱਸੀ, ਬਸ ਫਿਰ ਕੀ ਸੀ ਸੂਬੇਦਾਰ ਮੇਜਰ ਸਿੰਘ ਹੁਣੀ ਬੜੇ ਖੁਸ਼ ਹੋਏ ਤੇ ਖੁਸ਼ੀ ਬਾਬਾ ਆਇਆ ਸਿੰਘ ਹੁਣਾਂ ਤੋਂ ਵਸਤਰ ਲੈ ਕੇ ਹੈ ਨਾ ਫਿਰ ਬਾਬਾ ਕਾਹਨ ਸਿੰਘ ਹੁਣਾਂ ਦਾ ਜਿਹੜਾ ਇਲਾਕਾ ਡੇਰਾ ਪਸ਼ੌਰ ਸੀ ਜਿੱਥੇ ਧੂਣਾ ਲਾ ਕੇ ਬਹਿੰਦੇ ਹੁੰਦੇ ਸੀ ਇੱਥੇ ਪਹੁੰਚੇ। ਜਦ ਪਹੁੰਚੇ ਆ ਤੇ ਇੱਧਰ ਸੰਤ ਬਾਬਾ ਜਵਾਲਾ ਸਿੰਘ ਜੀ ਤੇ ਸੰਤ ਬਾਬਾ ਕਾਹਨ ਸਿੰਘ ਜੀ ਇਹਨਾਂ ਨੇ ਜਿਹੜਾ ਸੀਗਾ ਉਹ ਇਕੱਠੇ ਹੀ ਇਸ ਇਲਾਕੇ ਦੇ ਵਿੱਚ ਇੱਕ ਜਗ੍ਹਾ ਧੂਣਾ ਲਾ ਕੇ ਹੈ ਨਾ ਆਪ ਚੌਂਕੜਾ ਮਾਰ ਕੇ ਸਮਾਧੀ 'ਚ ਬੈਠੇ ਸੀਗੇ। ਜਦ ਬੈਠੇ ਸੀਗੇ ਤੇ ਇੱਧਰੋਂ ਸੂਬੇਦਾਰ ਮੇਜਰ ਸਿੰਘ ਹੁਣੀ ਜਿਹੜੇ ਸੀ ਜਦ ਉੱਥੇ ਧੂਣੇ ਦੇ ਕੋਲ ਪਹੁੰਚੇ ਆ ਤੇ ਫਿਰ ਬਾਬਾ ਕਾਹਨ ਸਿੰਘ ਹੁਣਾਂ ਨੇ ਤੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣੇ ਜਿਹੜੇ ਨੇਤਰ ਖੋਲ੍ਹੇ, ਨੇਤਰ ਖੋਲ੍ਹ ਕੇ ਜਦੋਂ ਸੂਬੇਦਾਰ ਮੇਜਰ ਸਿੰਘ ਹੁਣਾਂ ਵੱਲ ਦੇਖਿਆ ਹੈਗਾ, ਦੇਖਦੇ ਸਾਰੀ ਬਾਬਾ ਜਵਾਲਾ ਸਿੰਘ ਜੀ ਸੰਤ ਬਾਬਾ ਕਾਹਨ ਸਿੰਘ ਜੀ ਉੱਚੀ ਖੜ ਕੇ ਹੱਸਣ ਲੱਗ ਪਏ। ਜਦ ਹੱਸਣ ਲੱਗ ਪਏ ਤੇ ਸੂਬੇਦਾਰ ਮੇਜਰ ਸਿੰਘ ਜਿਹੜੇ ਸੀਗੇ ਉਹ ਵੀ ਮਨ 'ਚ ਹੈਰਾਨ ਹੋ ਗਏ। ਪਰ ਜਦ ਹੈਰਾਨ ਹੋ ਗਏ ਤੇ ਮਨ ਵਿੱਚ ਫਿਰ ਉਹਨਾਂ ਨੂੰ ਸੰਤ ਬਾਬਾ ਆਇਆ ਸਿੰਘ ਹੁਣਾਂ ਦੇ ਬਚਨ ਚੇਤੇ ਆਏ ਕਿ ਮਹਾਂਪੁਰਖਾਂ ਮੈਨੂੰ ਕਿਹਾ ਹੈਗਾ ਕਿ ਤੁਸੀਂ ਡਰਨਾ ਨਹੀਂ, ਨਾ ਤਾਂ ਤੁਹਾਨੂੰ ਉਹ ਗਾਲਾਂ ਕੱਢਣਗੇ ਤੇ ਨਾ ਉਹ ਤੁਹਾਡੇ ਇੱਟਾਂ ਬੱਟੇ ਮਾਰਨਗੇ। ਪਰ ਦੇਖੋ ਉਹੀ ਗੱਲ ਹੋਈ ਜਦੋਂ ਸੰਤ ਬਾਬਾ ਆਇਆ ਸਿੰਘ ਹੁਣਾਂ ਨੇ ਆਖੀ ਸੀ। ਜਦੋਂ ਦੋਨੇ ਦਿਗੰਬਰ ਸਾਧੂ ਜਿਹੜੇ ਸੀਗੇ ਇਸ ਰੂਪ ਦੇ ਵਿੱਚ ਸੂਬੇਦਾਰ ਮੇਜਰ ਸਿੰਘ ਵੱਲ ਦੇਖ ਕੇ ਉੱਚੀ ਹੱਸਣ ਲੱਗੇ ਤੇ ਹੱਸਦੇ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਸਾਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਸਾਡੇ ਵਾਸਤੇ ਕੀ ਸੁਨੇਹਾ ਲੈ ਕੇ ਆਏ ਆ।
ਜਦੋਂ ਬਾਬਾ ਜਵਾਲਾ ਸਿੰਘ ਤੇ ਬਾਬਾ ਕਾਹਨ ਸਿੰਘ ਇਕੱਠਿਆਂ ਨੇ ਇਹ ਗੱਲ ਕਹੀ ਆ ਸੂਬੇਦਾਰ ਮੇਜਰ ਸਿੰਘ ਹੁਣਾਂ ਨੂੰ, ਫਿਰ ਸੂਬੇਦਾਰ ਮੇਜਰ ਸਿੰਘ ਹੁਣਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਸਾਨੂੰ ਹੈ ਨਾ ਸੰਤ ਬਾਬਾ ਆਇਆ ਸਿੰਘ ਜੀ ਨੇ ਹੋਤੀ ਮਰਦਾਨ ਤੋਂ ਭੇਜਿਆ ਹੈਗਾ, ਅਤੇ ਉਹਨਾਂ ਨੇ ਤੁਹਾਨੂੰ ਸੁਨੇਹਾ ਦਿੱਤਾ ਹੈਗਾ ਕਿ ਉਹ ਤੁਹਾਨੂੰ ਹੋਤੀ ਮਰਦਾਨ ਯਾਦ ਕਰਦੇ ਆ। ਅਤੇ ਨਾਲ ਹੀ ਬਾਬਾ ਜਵਾਲਾ ਸਿੰਘ ਹੁਣਾਂ ਵੱਲ ਇਸ਼ਾਰਾ ਕਰਕੇ ਬਾਬਾ ਕਾਹਨ ਸਿੰਘ ਹੁਣਾਂ ਨੂੰ ਕਹਿਣ ਲੱਗੇ ਕਿ ਆਹ ਜਿਹੜੇ ਵਸਤਰ ਵਾ ਨਾ, ਇਹ ਵਸਤਰ ਸੰਤ ਬਾਬਾ ਆਇਆ ਸਿੰਘ ਹੁਣਾਂ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਵਾਸਤੇ ਭੇਜੇ ਆ। ਬਸ ਜਦ ਬਾਬਾ ਕਾਹਨ ਸਿੰਘ ਹੁਣਾਂ ਨੇ ਵਸਤਰਾਂ ਨਾਲ ਦੇਖਿਆ, ਦੇਖ ਕੇ ਮੁਸਕਰਾ ਪਏ। ਸੋ ਫਿਰ ਉਸੇ ਟਾਈਮ ਹੀ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਲ ਨਜ਼ਰ ਮਿਲਾ ਕੇ ਇਹ ਜਿਹੜੇ ਵਸਤਰ ਸੀ ਉਹਨਾਂ ਨੂੰ ਪਾਉਣ ਵਾਸਤੇ ਬਾਬਾ ਕਾਹਨ ਸਿੰਘ ਹੁਣਾਂ ਨੇ ਜਿਹੜੇ ਸੀ ਉਹਨਾਂ ਨੂੰ ਹਦਾਇਤ ਕਰ ਦਿੱਤੀ। ਫਿਰ ਉਸੇ ਟਾਈਮ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਬਾਬਾ ਕਾਹਨ ਸਿੰਘ ਹੁਣਾਂ ਨਾਲ ਮਿਲ ਕੇ ਅਲਮਸਤ ਬਿਰਤੀ 'ਚ ਪਹੁੰਚ ਗਏ ਸੀ ਅਤੇ ਆਪਣੇ ਸਾਰੇ ਵਸਤਰ ਜਿਹੜੇ ਸੀ ਉਹਨਾਂ ਨੇ ਪਾੜ ਦਿੱਤੇ ਸੀਗੇ, ਦਿਗੰਬਰ ਅਵਸਥਾ ਵਿੱਚ ਚਲੇ ਗਏ ਸੀਗੇ। ਸੋ ਉਸ ਟਾਈਮ ਬਾਬਾ ਆਇਆ ਸਿੰਘ ਜੀ ਵੱਲੋਂ ਭੇਜੇ ਹੋਏ ਵਸਤਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਸੇ ਟਾਈਮ ਜਿਹੜੇ ਸੀ ਉਹ ਜਦ ਪਹਿਨੇ ਆ ਤਾਂ ਫਿਰ ਸੂਬੇਦਾਰ ਮੇਜਰ ਜਿਹੜੇ ਸੀਗੇ ਇਹ ਬੜੇ ਖੁਸ਼ ਹੋਏ ਆ। ਇਹ ਖੁਸ਼ ਹੋ ਕੇ ਨਾ ਤਾਂ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਆਪਣੇ ਨਾਲ ਲੈ ਕੇ ਹੋਤੀ ਮੈਦਾਨ ਪਹੁੰਚੇ। ਜਦ ਹੋਤੀ ਮੈਦਾਨ ਪਹੁੰਚੇ ਆ ਅਤੇ ਇੱਥੇ ਆ ਕੇ ਸੰਤ ਬਾਬਾ ਆਇਆ ਸਿੰਘ ਹੁਣਾਂ ਦੇ ਜਦ ਸਾਹਮਣੇ ਜਾ ਕੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਦਰਸ਼ਨ ਕੀਤੇ ਆ। ਦਰਸ਼ਨ ਕਰਦਿਆਂ ਸਾਰੀ ਬਾਬਾ ਜਵਾਲਾ ਸਿੰਘ ਹੁਣਾਂ ਨੇ ਸੰਤ ਬਾਬਾ ਆਇਆ ਸਿੰਘ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਉਸ ਟਾਈਮ ਫਿਰ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਇਹ ਗੱਲ ਜਿਹੜੀ ਆਖੀ ਸੀਗੀ, ਉਹ ਕਹਿਣ ਲੱਗੇ, ਕਹਿੰਦੇ ਵੀ ਜਿਹੜੀ ਜੀਵਾਂ ਦੀ ਕਲਿਆਣ ਹੈ ਨਾ, ਇਹ ਤੁਹਾਡੇ ਹੱਥੋਂ ਅਲਮਸਤ ਬਿਰਤੀ ਦੇ ਵਿੱਚ ਨਹੀਂ ਹੋਣੀ, ਇਸੇ ਕਰਕੇ ਤੁਹਾਨੂੰ ਦਾਨੀ ਬਿਰਤੀ ਧਾਰਨ ਕਰਨੀ ਪੈਣੀ ਹੈ। ਇਹ ਅਲਮਸਤ ਜਿਹੜੀ ਬਿਰਤੀ ਹੈਗੀ ਹੈ ਨਾ, ਇਹਦੇ ਵਿੱਚ ਜੀਵਾਂ ਦੀ ਕਲਿਆਣ ਤੁਹਾਡੇ ਹੱਥੋਂ ਨਹੀਂ ਹੋ ਸਕਦੀ। ਜਦ ਇਹ ਜਿਹੜੇ ਬਚਨ ਸੀ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਸੰਤ ਬਾਬਾ ਆਇਆ ਸਿੰਘ ਹੁਣਾਂ ਨੇ ਆਖੇ ਸੀ, ਅਤੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਮੋਰੇ ਹੱਥ ਜੋੜ ਦਿੱਤੇ ਸੀ। ਪਰ ਨਾਲ ਹੀ ਸੰਤ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਇੱਕ ਇਹ ਵੀ ਜਿਹੜਾ ਸੀ ਉਹ ਤਾੜਨਾ ਭਰਾ ਬਚਨ ਕੀਤਾ ਸੀਗਾ। ਉਹ ਕਹਿਣ ਲੱਗੇ ਕਿ ਅਗਰ ਤੁਹਾਨੂੰ ਆਹ ਜਿਹੜੀ ਬਿਰਤੀ ਅਲਮਸਤ ਹੈਗੀ ਆ, ਇਹ ਅਲਮਸਤ ਬਿਰਤੀ ਤੁਹਾਨੂੰ ਪਿਆਰੀ ਹੈਗੀ ਹੈ, ਦਿਗੰਬਰ ਅਵਸਥਾ ਪਿਆਰੀ ਆ ਨਾ, ਤਾਂ ਫਿਰ ਤੁਹਾਨੂੰ ਇੱਕ ਜਨਮ ਹੋਰ ਧਾਰਨ ਕਰਨਾ ਪਊਗਾ। ਜਦ ਇਹ ਵੀ ਬਚਨ ਬਾਬਾ ਆਇਆ ਸਿੰਘ ਹੁਣਾਂ ਨੇ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਕਹੇ ਸੀ, ਬਸ ਇਹ ਬਚਨ ਕਾਹਦਾ ਸੀਗਾ। ਇਸ ਬਚਨ ਕਰਕੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਬਾਬਾ ਆਇਆ ਸਿੰਘ ਹੁਣਾਂ ਦੇ ਚਰਨ ਫੜ ਲਏ ਸੀਗੇ। ਚਰਨ ਫੜਦਿਆਂ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਕਿਰਪਾ ਕਰੋ, ਅਬ ਕੀ ਵਾਰ ਬਖਸ਼ ਬੰਦੇ ਕੋ ਬੋਰ ਨਾ ਭਵ ਚਲ ਫੇਰਾ, ਕਿ ਮੈਨੂੰ ਇਸੇ ਹੀ ਜਨਮ ਦੇ ਵਿੱਚ ਬਖਸ਼ੋ, ਮੈਂ ਦੁਬਾਰਾ ਜਿਹੜਾ ਨਾ ਕਿਸੇ ਵੀ ਮਨੁੱਖਾ ਜਨਮ ਦੇ ਵਿੱਚ ਨਹੀਂ ਆਉਣਾ ਚਾਹੁੰਦਾ, ਬਸ ਇਸੇ ਜਨਮ 'ਚ ਮੇਰੀ ਕਿਰਪਾ ਕਰੋ। ਜਦ ਬਾਬਾ ਜਵਾਲਾ ਸਿੰਘ ਹੁਣਾਂ ਨੇ ਬਾਬਾ ਆਇਆ ਸਿੰਘ ਹੁਣਾਂ ਦੇ ਅੱਗੇ ਇਹ ਬੇਨਤੀ ਕੀਤੀ ਸੀ, ਤਾਂ ਫਿਰ ਬਾਬਾ ਆਇਆ ਸਿੰਘ ਹੁਣਾਂ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਇਸੇ ਜਨਮ ਦੇ ਵਿੱਚ ਆਪਣੀ ਪੂਰਨ ਖੁਸ਼ੀ ਪਰਮੇਸ਼ਰ ਤੋਂ ਪ੍ਰਾਪਤ ਕਰਨੀ ਆ, ਫਿਰ ਤੁਹਾਨੂੰ ਦੁਬਾਰਾ ਅੰਮ੍ਰਿਤ ਛਕਣਾ ਪਵੇਗਾ। ਜਦੋਂ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਨੇ ਦੁਬਾਰਾ ਅੰਮ੍ਰਿਤ ਛਕਣ ਵਾਸਤੇ ਜਿਹੜਾ ਹੁਕਮ ਦੇ ਦਿੱਤਾ ਸੀਗਾ, ਤਾਂ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ 7 ਵਚਨ ਜਿਹੜਾ ਸੀਗਾ ਬਾਬਾ ਆਇਆ ਸਿੰਘ ਜੀ ਦੇ ਅੱਗੇ ਕਰ ਦਿੱਤਾ ਸੀ। ਬਸ ਫਿਰ ਇੱਕ ਰਾਤ ਫਿਰ ਬਾਬਾ ਜਵਾਲਾ ਸਿੰਘ ਹੁਣੀ ਸੰਤ ਬਾਬਾ ਆਇਆ ਸਿੰਘ ਜੀ ਦੇ ਨਾਲ ਹੋਤੀ ਮਰਦਾਨ ਡੇਰੇ ਦੇ ਵਿੱਚ ਰਹੇ ਆ। ਅੰਮ੍ਰਿਤ ਵੇਲੇ ਫਿਰ 5 ਪਿਆਰਿਆਂ ਤੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ। ਜਿਸ ਬਾਟੇ ਦੇ ਵਿੱਚ ਹੋਰ ਸੰਗਤਾਂ ਨੇ ਵੀ ਅੰਮ੍ਰਿਤ ਛਕਿਆ, ਉਹਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਵੀ ਫਿਰ ਦੁਬਾਰਾ ਅੰਮ੍ਰਿਤ ਛਕਿਆ। ਫਿਰ ਬਾਬਾ ਆਇਆ ਸਿੰਘ ਹੁਣਾਂ ਨੇ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਹੋਰ ਵੀ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ, ਅਤੇ ਬਖਸ਼ਿਸ਼ਾਂ ਕਰਕੇ ਹੋਰ ਵੀ ਜਿਹੜੀ ਸੀ ਬੜੀ ਕਿਰਪਾ ਜਿਹੜੀ ਸੀ ਇਹਨਾਂ ਦੇ ਮਨ ਦੇ ਵਿੱਚ ਕੀਤੀ ਆ। ਅਤੇ ਇਹਨਾਂ ਨੂੰ ਇਹ ਕਿਹਾ ਹੈ ਕਿ ਕਲਯੁਗੀ ਜੀਵਨ ਦਾ ਆਧਾਰ ਹੈ ਨਾ ਤੁਹਾਡੇ ਹੱਥੋਂ ਕਲਗੀਧਰ ਮਹਾਰਾਜ ਦੇ ਪੰਥ ਦੇ ਅਨੁਸਾਰ ਹੀ ਹੋਏਗਾ। ਸੋ ਕਲਗੀਧਰ ਮਹਾਰਾਜ ਦਾ ਬਚਨ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਇਸ ਕਰਕੇ ਤੁਸੀਂ ਹੁਣ ਤੋਂ ਬਾਅਦ ਆਪਣੀ ਰਹਿਤ ਦੇ ਵਿੱਚ ਪੂਰਨ ਤੌਰ 'ਤੇ ਦ੍ਰਿੜ ਰਹਿਣਾ ਹੈਗਾ। ਇਹ ਦ੍ਰਿੜਤਾ ਜਿਹੜੀ ਹੈ ਨਾ ਤੁਹਾਨੂੰ ਇੱਕ ਦਿਨ ਸਿਖਰ ਤੱਕ ਪਹੁੰਚਾਊਗੀ। ਇਸ ਤਰ੍ਹਾਂ ਬਾਬਾ ਆਇਆ ਸਿੰਘ ਹੁਣਾਂ ਨੇ ਜਦੋਂ 17 ਦੇ ਬਚਨ ਕੀਤੇ ਸੀਗੇ, ਅਤੇ ਨਾਲ ਹੀ ਇਹ ਕਹਿਤਾ ਸੀਗਾ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਜਿਹੜਾ ਸੀ ਅੰਮ੍ਰਿਤ ਛਕ ਕੇ ਦੁਬਾਰਾ ਤਿਆਰ ਜਿਹੜੇ ਸੀ ਉਹ ਪੰਥ ਦੇ ਵਿੱਚ ਸ਼ਾਮਲ ਹੋਏ ਆ। ਜਿਵੇਂ ਆਪਾਂ ਸਾਰੀਆਂ ਸੰਗਤਾਂ ਜਾਣਦੀਆਂ ਹੈਗੀਆਂ ਕਿ ਇੱਕ ਬਾਬਾ ਖੁਦਾ ਸਿੰਘ ਜੀ ਹੋਏ ਆ। ਜਿਹੜੇ ਬਾਬਾ ਖੁਦਾ ਸਿੰਘ ਸੀ ਹੈ ਨਾ, ਇਹ ਬਾਬਾ ਵੀਰ ਸਿੰਘ ਜਿਹੜੇ ਨੌਰੰਗਾਬਾਦੀ ਵਾਲੇ ਸੀਗੇ, ਇਹਨਾਂ ਦੇ ਸੇਵਕ ਸੀਗੇ। ਇੱਕ ਵਾਰੀ ਬਾਬਾ ਵੀਰ ਸਿੰਘ ਹੁਣਾਂ ਨੇ ਬਾਬਾ ਖੁਦਾ ਸਿੰਘ ਹੁਣਾਂ ਨੂੰ ਕਿਸੇ ਜਗ੍ਹਾ ਸੇਵਾ 'ਤੇ ਭੇਜਿਆ ਸੀਗਾ।
ਉਸ ਸੇਵਾ ਦੇ ਵਿੱਚ ਬਾਬਾ ਖੁਦਾ ਸਿੰਘ ਦੀ ਹਾਲਤ ਵੀ ਜਿਹੜੀ ਸੀਗੀ ਉਹ ਆਲਮੋਸਟ ਬਿਰਤੀ ਵਾਲੀ ਹੋ ਗਈ ਸੀ ਅਤੇ ਦਿਗੰਬਰ ਅਵਸਥਾ ਪਹੁੰਚ ਗਈ ਸੀ। ਪਰ ਉਹਨਾਂ ਨੂੰ ਵੀ ਫਿਰ ਦੁਬਾਰਾ ਬਾਬਾ ਵੀਰ ਸਿੰਘ ਨਰੰਗੇਵਾਲ ਵਾਲਿਆਂ ਨੇ ਨਾ ਦੁਬਾਰਾ ਅੰਮ੍ਰਿਤ ਛਕਣ ਵਾਸਤੇ ਕਿਹਾ ਸੀ। ਸੋ ਇਸੇ ਤਰ੍ਹਾਂ ਨਾ ਬਾਬਾ ਜਵਾਲਾ ਸਿੰਘ ਹੁਣਾਂ ਨੇ ਜਦ ਦੁਬਾਰਾ ਅੰਮ੍ਰਿਤ ਛਕਿਆ ਫਿਰ ਤਿਆਰ ਸਿੰਘ ਹੋਏ ਆ। ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਇਹਨਾਂ ਦੇ ਮਿੱਤਰ ਸੀਗੇ ਸੂਬੇਦਾਰ ਮੇਜਰ ਸਾਹਿਬ, ਉਹਨਾਂ ਦੇ ਨਾਲ ਫਿਰ ਦੁਬਾਰਾ ਜਿਹੜੇ ਸੀਗੇ ਉਹ ਪਲਟਨ ਦੇ ਵਿੱਚ ਚੱਲ ਗਏ। ਫਿਰ ਦੁਬਾਰਾ ਪਲਟਨ ਜਾ ਕੇ ਫਿਰ ਜਿਹੜੀ ਸੀ ਉਸੇ ਤਰ੍ਹਾਂ ਨੌਕਰੀ ਵਿੱਚ ਜਿਹੜੀ ਸੀ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸੇ ਤਰ੍ਹਾਂ ਨਾ ਇੱਕ ਬੀਬੀ ਬਚਨ ਕੌਰ ਜੀ ਹੋਈ ਆ। ਇਹ ਜਿਹੜੇ ਨਾ ਬੀਬੀ ਬਚਨ ਕੌਰ ਸੀ, ਇਹ ਪਿੰਡ ਸੀਗਾ ਦਾਦਾ ਜਿਹੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ, ਅਤੇ ਇਹਨਾਂ ਦੇ ਪਿਤਾ ਦਾ ਨਾਂ ਸੀ ਜੀਵਨ ਸਿੰਘ ਅਤੇ ਮਾਤਾ ਦਾ ਨਾਂ ਸੀ ਇੰਦਰ ਕੌਰ। ਸੋ ਇਹ ਜਿਹੜੇ ਬੀਬੀ ਸੀਗੇ ਇਹਨਾਂ ਦੀ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਗੁਰਬਾਣੀ ਦੇ ਨਾਲ ਲੱਗਣ ਸੀਗੀ, ਸਿੱਖ ਇਤਿਹਾਸ ਦੇ ਨਾਲ ਲੱਗਣ ਸੀ। ਅਤੇ ਲੱਗਣ ਦਾ ਕਾਰਨ ਸੀ ਇਹਨਾਂ ਦੇ ਦਾਦਾ ਜੀ ਜਿਨ੍ਹਾਂ ਦਾ ਨਾਂ ਸੀ ਬਾਬਾ ਦੇਵਾ ਸਿੰਘ, ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀ। ਇਹ ਬੀਬੀ ਬਚਪਨ ਦੇ ਵਿੱਚ ਆਪਣੇ ਜਿਹੜੇ ਦਾਦਾ ਦੇਵਾ ਸਿੰਘ ਸੀ ਹੈ ਨਾ, ਉਹਨਾਂ ਦੇ ਕੋਲ ਗੁਰਬਾਣੀ ਦੀਆਂ ਪੋਥੀਆਂ ਦਾ ਪਾਠ ਸਿੱਖਦੀ ਹੁੰਦੀ ਸੀ। ਉੱਥੋਂ ਹੀ ਇਹਨਾਂ ਨੇ ਹੈ ਨਾ ਸੰਥਿਆ ਲਈ ਆ। ਸੰਥਿਆ ਲੈ ਕੇ ਨਿਤਨੇਮ ਦੀਆਂ ਜਿਹੜੀਆਂ 5 ਬਾਣੀਆਂ ਉਹ ਕੰਠ ਕੀਤੀਆਂ, ਇਹਦੇ ਨਾਲ ਹੋਰ ਵੀ ਸਾਰੀਆਂ ਬਾਣੀਆਂ ਕੰਠ ਕੀਤੀਆਂ। ਇਸ ਕਰਕੇ ਇਹ ਜਿਹੜੇ ਬੀਬੀ ਬਚਨ ਕੌਰ ਸੀ, ਇਹਨਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਦੀ ਜੇ ਰਹਿਮਤ ਸੀ ਉਹ ਬਚਪਨ ਤੋਂ ਹੀ ਸੀਗੀ। ਪਰ ਸਮਾਂ ਪਾ ਕੇ ਜਦ ਬੀਬੀ ਜੀ ਥੋੜ੍ਹੇ ਜਿਹੇ ਆਪਣੀ ਜੰਗ ਅਵਸਥਾ ਦੇ ਵਿੱਚ ਪਹੁੰਚੇ ਆ ਅਤੇ 1947 ਦੇ ਵਿੱਚ ਹੈ ਨਾ ਇਹਨਾਂ ਦੇ ਜਿਹੜੇ ਘਰਦਿਆਂ ਨੇ ਵਿਆਹ ਦੀ ਤਿਆਰੀ ਕੀਤੀ ਆ। ਜਦ ਘਰਦਿਆਂ ਨੇ ਵਿਆਹ ਦੀ ਤਿਆਰੀ ਕੀਤੀ ਆ, ਵਿਆਹ ਦਾ ਦਿਨ ਆਇਆ। ਦਿਨ ਆ ਕੇ ਜਦ ਜਾਂਜੀ ਦੀ ਜਿਹੜੀ ਸੀ ਉਹ ਬਰਾਤ ਇਹਨਾਂ ਦੇ ਘਰ ਪਹੁੰਚੀ ਆ। ਪਰ ਇਸ ਬੀਬੀ ਦੇ ਜਿਹੜੇ ਸਹੁਰਾ ਸਾਹਿਬ ਸੀ ਹੈ ਨਾ, ਇਹ ਪਰਿਵਾਰ ਬੜਾ ਲਾਲਚੀ ਸੀਗਾ। ਇਹਨਾਂ ਨੇ ਆ ਕੇ ਤੇ ਸਹੁਰੇ ਨੇ ਇਸ ਬੀਬੀ ਬਚਨ ਕੌਰ ਜੀ ਦੇ ਪਰਿਵਾਰ ਤੋਂ ਹੈ ਨਾ ਦਾਜ ਦੀ ਹੋਰ ਜ਼ਿਆਦਾ ਮੰਗ ਕਰ ਦਿੱਤੀ। ਜਦ ਮੰਗ ਕਰ ਦਿੱਤੀ, ਇਸ ਮੰਗ ਦੇ ਨਾਲ ਦੋਨਾਂ ਪਰਿਵਾਰਾਂ ਦੇ ਵਿੱਚ ਵਿਆਹ ਦੇ ਟਾਈਮ ਜਿਹੜਾ ਸੀਗਾ ਉਹ ਝਗੜਾ ਸ਼ੁਰੂ ਹੋ ਗਿਆ। ਪਰ ਇਹ ਜਿਹੜਾ ਝਗੜਾ ਸੀਗਾ ਉਸ ਟਾਈਮ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਅਤੇ ਇਹਨਾਂ ਦੇ ਫੁੱਫੜ ਸੀ ਸ਼ੇਰ ਸਿੰਘ ਅਤੇ ਬਾਕੀ ਹੋਰ ਜਿਹੜੇ ਰਿਸ਼ਤੇਦਾਰ ਸੀ, ਇਹਨਾਂ ਨੇ ਪੈ ਕੇ ਹੈ ਨਾ ਇਹ ਦੋਨਾਂ ਦਾ ਜਿਹੜਾ ਝਗੜਾ ਸੀ ਵਿੱਚ ਜਿਹੜਾ ਸੀ ਨਿਪਟਾ ਤਾ। ਉਸ ਤੋਂ ਬਾਅਦ ਇਹ ਜਿਹੜੀ ਸੀ ਬੀਬੀ ਜਦ ਆਪਣੇ ਸਹੁਰੇ ਘਰ ਗਈ ਆ, ਪਰ ਇਹਦੀ ਸੱਸ ਨੇ ਹੈ ਨਾ ਇਹਦਾ ਕੋਈ ਵੀ ਮਾਣ ਸਨਮਾਨ ਅੰਦਰੋਂ ਨਹੀਂ ਕੀਤਾ, ਨਾ ਕਿਸੇ ਤਰ੍ਹਾਂ ਦਾ ਕੋਈ ਸ਼ਗਨ ਹੀ ਘਰ ਦੇ ਵਿੱਚ ਕੀਤਾ ਹੈਗਾ। ਇਹ ਬੀਬੀ ਇੱਕ ਰਾਤ ਰਹੀ ਆ, ਪਰ ਦੂਸਰੀ ਰਾਤ ਜਦੋਂ ਦੀ ਸੱਸ ਤੋਰਨ ਲੱਗੀ ਆ, ਉਹਨੇ ਇਸ ਬੀਬੀ ਦਾ ਸਤਿਕਾਰ ਜਾਂ ਸ਼ਗਨ ਕੀ ਕਰਨਾ ਸੀਗਾ, ਉਲਟਾ ਇਹਨੂੰ ਕਈ ਤਰ੍ਹਾਂ ਦੀਆਂ ਖਰੀਆਂ ਜਿਹੜੀਆਂ ਸੀ ਉਹ ਸੁਣਾਤੀਆਂ। ਪਰ ਬੀਬੀ ਜਿਹੜੇ ਬਚਨ ਕੌਰ ਸੀ ਹੈ ਨਾ ਇਹ ਚੁੱਪ ਰਿਹਾ। ਪਰ ਜਦ ਇਹ ਪੇਕੇ ਆਏ ਹਨ, ਉਸ ਪੇਕੇ ਤੋਂ ਬਾਅਦ ਫਿਰ ਬੀਬੀ ਬਚਨ ਕੌਰ ਜੀ ਨੇ ਮਨ ਦੇ ਵਿੱਚ ਇੱਕ ਪੱਕਾ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਹੈ ਨਾ ਮੈਂ ਕਦੀ ਸਹੁਰੇ ਨਹੀਂ ਜਾਊਂਗੀ। ਬਸ ਇਹ ਜਿਹੜੀ ਧਾਰਨਾ ਸੀ ਹੈ ਨਾ ਬੀਬੀ ਬਚਨ ਕੌਰ ਨੇ ਆਪਣੇ ਮਨ ਦੇ ਵਿੱਚ ਧਾਰ ਲਈ ਸੀ। ਸੋ ਇੱਕ ਹੈ ਨਾ ਬੀਬੀ ਬਚਨ ਕੌਰ ਦੀ ਨਾਨੀ ਹੋਏ ਆ ਜਿਹਦਾ ਨਾਂ ਸੀਗੀ ਬੀਬੀ ਗੁਜਰ ਕੌਰ। ਅਤੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਵਰਸੀ ਆਈ ਆ, ਇਸ ਵਰਸੀ ਦੇ ਉੱਤੇ ਸੰਤ ਬਾਬਾ ਜਵਾਲਾ ਸਿੰਘ ਜੀ ਪਹੁੰਚੇ ਆ। ਜਦੋਂ ਸੰਤ ਬਾਬਾ ਜਵਾਲਾ ਸਿੰਘ ਜੀ ਬਰਸੀ 'ਤੇ ਪਹੁੰਚੇ ਆ ਅਤੇ ਫਿਰ ਬੀਬੀ ਗੁਜਰ ਕੌਰ ਜੀ ਨੇ ਜਦ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਬੈਠ ਕੇ ਆਪਣੇ ਘਰ ਦੀ ਸਾਰੀ ਹਾਲਤ ਜਿਹੜੀ ਸੀ ਬਿਆਨ ਕੀਤੀ ਆ। ਉਹਦੇ ਵਿੱਚ ਬੀਬੀ ਗੁਜਰ ਕੌਰ ਨੇ ਦੱਸਿਆ ਕਿ ਆ ਜਿਹੜੀ ਮੇਰੀ ਦੋਹਤੀ ਆ ਨਾ, ਇਹ ਦੇਖੋ ਕਿੰਨੀ ਨਿਤਨੇਮੀ ਹੈਗੀ ਆ, ਕਿੰਨਾ ਬਾਣੀ ਨਾਲ ਪਿਆਰ ਕਰਦੀ ਆ, ਪਰ ਉਹਦੇ ਜੀਵਨ ਦੇ ਵਿੱਚ ਇੰਨੇ ਦੁੱਖ ਆ ਕਿ ਜਿਹੜਾ ਇਹਨੂੰ ਸਹੁਰਾ ਪਰਿਵਾਰ ਮਿਲਿਆ ਹੈਗਾ, ਇਹਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਇਹਨੂੰ ਤੰਗ ਕਰਨਾ ਸ਼ੁਰੂ ਕੀਤਾ, ਵਧੇਰੇ ਦਾਜ ਦੀ ਮੰਗ ਕਰਦੇ ਆ ਅਤੇ ਇਸ ਨੂੰ ਕਈ ਤਰ੍ਹਾਂ ਦੇ ਤਾਨੇ ਮਿਹਣੇ ਮਾਰਦੇ ਆ, ਜਿਸ ਕਰਕੇ ਇਹ ਜਿਹੜੀ ਬੀਬੀ ਬਚਨ ਕੌਰ ਆ ਮੁੜ ਕੇ ਫਿਰ ਆਪਣੇ ਸਹੁਰੇ ਨਹੀਂ ਗਈ। ਜਦ ਇਹ ਜਿਹੜੀਆਂ ਗੱਲਾਂ ਸੀਗੀਆਂ ਬੀਬੀ ਗੁਜਰ ਕੌਰ ਨੇ ਸੰਤ ਬਾਬਾ ਜਵਾਲਾ ਸਿੰਘ ਦੇ ਨਾਲ ਸਾਂਝੀਆਂ ਕੀਤੀਆਂ ਇਸ ਵਰਸੀ ਦੇ ਮੌਕੇ 'ਤੇ, ਅਤੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਫਿਰ ਬੀਬੀ ਜਿਹੜੀ ਬਚਨ ਕੌਰ ਸੀ ਹੈ ਨਾ ਇਹਦੇ ਵੱਲ ਤੱਕ ਕੇ ਕਹਿਣ ਲੱਗੇ, ਕਹਿੰਦੇ ਲਿਆਓ ਅੱਜ ਮੈਂ ਤੁਹਾਡੀ ਹੈ ਨਾ ਜਿਹੜੀ ਦੋਹਤੀ ਬੇਟੀ ਆ ਮੈਂ ਇਹਦਾ ਹੱਥ ਦੇਖਦਾ ਹੈਗਾ। ਬਸ ਜਦੋਂ ਬੀਬੀ ਬਚਨ ਕੌਰ ਜੀ ਨੇ ਆਪਣਾ ਹੱਥ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਅੱਗੇ ਕੀਤਾ, ਪਰ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਜਿਨ੍ਹਾਂ ਦੀ ਉਸ ਟਾਈਮ ਅੰਤਰ ਜਿਹੜੀ ਸੀ ਉਹ ਜਾਣਕਾਰੀ ਜਾਂ ਅੰਤਰਮੁਖਤਾ ਅਨੁਭਵ ਦੀ ਜਿਹੜੀ ਅਵਸਥਾ ਸੀਗੀ ਬੜੀ ਉੱਚੀ ਸੀਗੀ, ਲੇਕਿਨ ਉਹ ਇਹ ਨਹੀਂ ਸੀ ਜਾਣਦੇ ਕਿ ਬਾਬਾ ਜਵਾਲਾ ਸਿੰਘ ਜੀ ਜਿਹੜੇ ਹੈ ਹੁਣ ਤਾਂ ਬਹੁਤ ਵੱਡੇ ਅੰਤਰਜਾਮੀ ਅਵਸਥਾ ਵਿੱਚ ਪਹੁੰਚ ਗਏ ਆ। ਪਰ ਫਿਰ ਵੀ ਹੱਥ ਦੇਖਣਾ ਜਿਹੜਾ ਸੀਗਾ ਇੱਕ ਬਹਾਨਾ ਸੀਗਾ। ਪਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਇਹ ਕਹਿਤਾ ਸੀਗਾ ਕਿ ਇਸ ਬੀਬੀ ਦਾ ਜਿਹੜਾ ਗ੍ਰਹਿਸਥ ਆ ਨਾ ਇਹ ਇੰਨਾ ਹੀ ਲਿਖਿਆ ਹੋਇਆ। ਜਦ ਇੰਨੀ ਕਹਿਣ ਦੀ ਢੇਰ ਵਾ ਅਤੇ ਫਿਰ ਇਹਨਾਂ ਦੀ ਜਿਹੜੇ ਨਾਨੀ ਜੀ ਬੀਬੀ ਗੁਜਰ ਕੌਰ ਸੀਗੇ
ਉਹਨਾਂ ਨੇ ਬਾਬਾ ਜਵਾਲਾ ਸਿੰਘ ਉਹਨਾਂ ਨੂੰ ਇਹ ਆਖਿਆ ਕਿ ਇਹ ਮੇਰੀ ਜਿਹੜੀ ਦੋਹਤੀ ਹੈਗੀ ਆ ਇਹ ਸਾਰੀ ਉਮਰ ਇਸ ਤਰ੍ਹਾਂ ਬੈਠੀ ਰਹੂਗੀ, ਫਿਰ ਇਹਦਾ ਜੀਵਨ ਕਿਵੇਂ ਕੱਟੂਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜਵਾਲਾ ਸਿੰਘ ਉਹਨਾਂ ਨੇ ਆਖਿਆ ਸੀਗਾ ਕਿ ਇਹ ਜੀਵਨ ਗੁਰਬਾਣੀ ਦੇ ਆਸਰੇ ਆਪਣਾ ਕੱਟੂਗੀ, ਇਹ ਇਕੱਲਾ ਜੀਵਨ ਨਹੀਂ ਕੱਟੂਗੀ, ਲੱਖਾਂ ਜਿਹੜੇ ਹੈਗੇ ਪ੍ਰੇਮੀ ਉਹਨਾਂ ਦਾ ਜੀਵਨ ਕਟਾਊਗੀ, ਉਹਨਾਂ ਨੂੰ ਇਸ ਭਵ ਸਾਗਰ ਤੋਂ ਤਾਰ ਕਰਾਊਗੀ। ਸੋ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਬੀਬੀ ਬਚਨ ਕੌਰ ਜੀ ਨੂੰ ਨਿਤਨੇਮ ਜਿਹੜਾ ਸੀਗਾ ਉਹਨੂੰ ਜਵਾਨੀ ਯਾਦ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਨਿਤਨੇਮ ਤੋਂ ਬਾਅਦ 5 ਪਾਠ ਜਿਹੜੇ ਹਨ ਜਪਜੀ ਸਾਹਿਬ ਦੇ ਕਰਨੇ ਆ, ਉਸ ਤੋਂ ਬਾਅਦ ਫਿਰ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਵੀ ਪੜ੍ਹਨੀ ਅਤੇ ਨਾਲ ਸਿਮਰਨ ਵੀ ਜਿੰਨਾ ਹੋ ਸਕਦਾ ਹੈ ਨਾ ਉਹਨਾਂ ਤੁਸੀਂ ਕਰਨਾ ਹੈਗਾ। ਸੋ ਇਸ ਤਰ੍ਹਾਂ ਦੇ ਬਚਨ ਕਰਕੇ ਅਤੇ ਉਹ ਜਿਹੜੀ ਬੀਬੀ ਸੀ ਇਸ ਬੰਦਗੀ ਇਸ ਭਜਨ ਸਿਮਰਨ ਦੇ ਵਿੱਚ ਜਿਹੜੀ ਸੀਗੀ ਪੂਰੀ ਤਰ੍ਹਾਂ ਮਗਨ ਹੋਈ। ਜਦ ਬੀਬੀ ਬਚਨ ਕੌਰ ਜੀ ਪੂਰੇ ਬੰਦਗੀ ਵਿੱਚ ਮਗਨ ਹੋ ਗਏ ਹਨ, ਕੁਦਰਤੀ ਕਾਰਨ ਐਸਾ ਬਣਿਆ ਕਿ ਬੀਬੀ ਬਚਨ ਕੌਰ ਦੇ ਕਾਫੀ ਚਿਰਾਂ ਬਾਅਦ ਸਹੁਰੇ ਪਰਿਵਾਰ ਵੱਲੋਂ ਸੁਨੇਹਾ ਆਇਆ ਕਿ ਅਸੀਂ ਜਿਹੜਾ ਤੇਰੇ ਨਾਲ ਦੁਰਵਿਹਾਰ ਕੀਤਾ ਸੀਗਾ, ਉਹਨਾਂ ਟਾਈਮਾਂ ਵਿੱਚ ਵੱਧ ਦਾਜ ਦੀ ਮੰਗ ਕੀਤੀ ਸੀਗੀ, ਸੋ ਇਸ ਕਰਕੇ ਸਾਨੂੰ ਇਸ ਦੁਰਵਿਹਾਰ ਬਦਲੇ ਜਿਹੜੀ ਸੀ ਮਾफ़ੀ ਮੰਗੀ ਆ ਕਿ ਸਾਨੂੰ ਮਾफ़ ਕੀਤਾ ਜਾਵੇ। ਅਤੇ ਨਾਲ ਹੀ ਉਹਨੇ ਕਿਹਾ ਸੀਗਾ ਕਿ ਬੀਬੀ ਬਚਨ ਕੌਰ ਜੀ ਨੂੰ ਜਿਹੜੇ ਹਨ ਤੁਸੀਂ ਜਿਹੜੇ ਉਹਦੇ ਪਰਿਵਾਰ ਵਾਲੇ ਆ ਉਹ ਸਲਾਹ ਕਰਕੇ ਤਾਂ ਸਾਡੇ ਘਰ ਦੁਬਾਰਾ ਭੇਜ ਦਿਓ। ਪਰ ਬੀਬੀ ਬਚਨ ਕੌਰ ਦੇ ਜਿਹੜੇ ਮਾਤਾ ਪਿਤਾ ਸੀ ਉਹ ਚਾਹੁੰਦੇ ਸੀ ਕਿ ਚਲੋ ਬੀਬੀ ਬਚਨ ਕੌਰ ਜੀ ਦੁਬਾਰਾ ਆਪਣੇ ਸਹੁਰੇ ਜਾਣ, ਪਰ ਬੀਬੀ ਬਚਨ ਕੌਰ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਦੇ ਜਿਹੜੇ ਬਚਨ ਸੀਗੇ ਉਹਨਾਂ 'ਤੇ ਪਹਿਰਾ ਦਿੰਦੇ ਹੋਏ ਆਖਿਆ ਕਿ ਅੱਜ ਤੋਂ ਬਾਅਦ ਜਿਹੜਾ ਮੇਰਾ ਗ੍ਰਹਿਸਥ ਸੀਗਾ ਜਿੰਨਾ ਸੀਗਾ ਇੱਕ ਦਿਨ ਦਾ ਕਹਿੰਦੀ ਵੀ ਮੈਂ ਉਹ ਜਾ ਕੇ ਆਪਣਾ ਦੇਖ ਲਿਆ ਹੈਗਾ, ਪਰ ਉਸ ਤੋਂ ਬਾਅਦ ਮੈਂ ਹੁਣ ਗ੍ਰਹਿਸਥ ਧਾਰ ਨਹੀਂ ਕਰਨਾ। ਸੋ ਉਹਨਾਂ ਨੇ ਫਿਰ ਨਾ ਬਾਬਾ ਜਵਾਲਾ ਸਿੰਘ ਨੇ ਕਹਿ ਦਿੱਤਾ ਸੀਗਾ ਜੋ ਬਾਬਾ ਜਵਾਲਾ ਸਿੰਘ ਹੁਣੀ ਮੈਨੂੰ ਕਹਿਣਗੇ ਬਸ ਮੈਂ ਉਸ ਹੀ ਹੁਕਮ ਜਿਹੜਾ ਸੀਗਾ ਉਹਨੂੰ ਧਾਰਨ ਕਰਾਂਗੀ। ਸੋ ਜਦੋਂ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਫਿਰ ਬੀਬੀ ਬਚਨ ਕੌਰ ਜੀ ਦਾ ਜਦ ਇਹ ਮਨ ਦੀ ਪੱਕੀ ਦ੍ਰਿੜਤਾ ਦੇਖੀ, ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਬੀਬੀ ਬਚਨ ਕੌਰ ਜੀ ਦੇ ਇੱਕ ਚਾਚਾ ਜੀ ਸੀ ਜਿਨ੍ਹਾਂ ਦਾ ਨਾਂ ਸੀ ਸਰਦਾਰ ਕਰਤਾਰ ਸਿੰਘ। ਸੋ ਸਰਦਾਰ ਕਰਤਾਰ ਸਿੰਘ ਦਾ ਇੱਕ ਚੁਬਾਰਾ ਸੀਗਾ, ਉਹਦੇ ਵਿੱਚ ਫਿਰ ਬੀਬੀ ਬਚਨ ਕੌਰ ਜੀ ਦਾ ਆਸਣ ਲਵਾਤਾ ਸੀਗਾ, ਨਾਲ ਕਹਿਤਾ ਸੀਗਾ ਕਿ ਤੁਸੀਂ ਇਸੇ ਚੁਬਾਰੇ 'ਚ ਰਹਿਣਾ ਹੈਗਾ, ਇੱਥੇ ਨਿਤਨੇਮ ਕਰਨੀ, ਬੰਦਗੀ ਕਰਨੀ ਹੈ, ਇੱਥੇ ਹੀ ਤੁਹਾਨੂੰ ਜਿਹੜੀ ਸੀ ਗੁਰੂ ਨਾਨਕ ਦੀ ਖੁਸ਼ੀ ਪ੍ਰਾਪਤ ਹੋਊਗੀ। ਸੋ ਇਸ ਤਰ੍ਹਾਂ ਜਿਹੜੀ ਸੀ ਉਹ ਬੀਬੀ ਬਚਨ ਕੌਰ ਜੀ ਸੀਗੇ ਉਹ ਇਸ ਤਰ੍ਹਾਂ ਨਿਤਨੇਮ ਕਰਕੇ ਬੰਦਗੀ ਕਰਕੇ ਜਿਹੜੇ ਸੀਗੇ ਬੜੀ ਉੱਚੀ ਅਵਸਥਾ ਦੇ ਮਾਲਕ ਬਣ ਗਏ ਸੀਗੇ। ਸੋ ਇਸ ਤਰ੍ਹਾਂ ਹੈ ਨਾ 1954 ਦੇ ਵਿੱਚ ਜਦ ਹੋਲਾ ਮਹੱਲਾ ਜਿਹੜਾ ਸੀਗਾ ਉਹਦਾ ਦਿਨ ਸ਼੍ਰੀ ਅਨੰਦਪੁਰ ਸਾਹਿਬ ਆਇਆ ਹੈਗਾ, ਅਤੇ ਬਾਬਾ ਜਵਾਲਾ ਸਿੰਘ ਜੀ ਵੀ ਇਸ ਹੋਲੇ ਮਹੱਲੇ ਦੇ ਜਿਹੜੇ ਸੀਗੇ ਉਹ ਦਿਨਾਂ ਦੇ ਵਿੱਚ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਆ ਅਤੇ ਇੱਥੇ ਫਿਰ ਜਿਹੜੇ ਸਰਦਾਰ ਕਰਤਾਰ ਸਿੰਘ ਸੀਗੇ ਬੀਬੀ ਬਚਨ ਕੌਰ ਦੇ ਚਾਚਾ ਜੀ ਇਹ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਮਿਲ ਕੇ ਇਹਨਾਂ ਨੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਅੱਗੇ ਬੇਨਤੀ ਕੀਤੀ ਆ ਕਿ ਤੁਸੀਂ ਕਿਰਪਾ ਕਰੋ ਕਿ ਜਿਹਦੇ ਨਾਲ ਮੇਰਾ ਭਲਾ ਹੋ ਜਾਵੇ। ਜਦ ਜਿਹੜੇ ਸੀ ਇਹ ਬਚਨ ਸਰਦਾਰ ਕਰਤਾਰ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਕੀਤੇ ਸੀ, ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਕਿਹਾ ਸੀਗਾ ਕਿ ਤੁਸੀਂ ਆਨੰਦਗੜ੍ਹ ਸਾਹਿਬ ਜਿਹੜਾ ਕਿਲ੍ਹਾ ਹੈਗਾ ਉੱਥੇ ਜਾ ਕੇ ਪਹਿਲਾਂ ਦੇਖ ਕਰਾਓ, ਉਸ ਤੋਂ ਬਾਅਦ ਅਸੀਂ ਤੁਹਾਡੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਲਵਾਂਗੇ, ਜੋ ਹੁਕਮਨਾਮਾ ਆਊਗਾ ਉਹਦੇ ਅਨੁਸਾਰ ਹੀ ਤੁਹਾਨੂੰ ਉਪਦੇਸ਼ ਦੇਵਾਂਗੇ। ਸੋ ਸਰਦਾਰ ਕਰਤਾਰ ਸਿੰਘ ਹੁਣਾਂ ਨੇ ਫਿਰ ਇਸ ਤਰ੍ਹਾਂ ਕੀਤੀ ਸੀਗੀ। ਇੱਧਰੋਂ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਭਾਈ ਜੋਤ ਸਿੰਘ ਨੂੰ ਕਹਿ ਕੇ ਕਰਤਾਰ ਸਿੰਘ ਦੇ ਪ੍ਰਤੀ ਹੁਕਮਨਾਮਾ ਲੈ ਦਿੱਤਾ ਸੀਗਾ, ਅਤੇ ਜਿਹੜਾ ਹੁਕਮਨਾਮਾ ਆਇਆ ਸੀ ਉਸੇ ਹੁਕਮਨਾਮੇ ਦੇ ਆਧਾਰ ਦੇ ਉੱਤੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਸਰਦਾਰ ਕਰਤਾਰ ਸਿੰਘ ਨੂੰ ਉਪਦੇਸ਼ ਦੇ ਕੇ ਜਿਹੜਾ ਸੀਗਾ ਉਹ ਨਦਰ ਨਿਹਾਲ ਕਰ ਦਿੱਤਾ ਸੀਗਾ। ਸੋ ਇਸੇ ਤਰ੍ਹਾਂ ਇੱਕ ਬੀਬੀ ਬਚਨ ਕੌਰ ਜੀ ਦੇ ਭਰਾ ਸੀਗੇ, ਇਹ ਜਿਹੜੇ ਬੀਬੀ ਬਚਨ ਕੌਰ ਜੀ ਦੇ ਭਰਾ ਸੀਗੇ ਇਹਨਾਂ ਨੂੰ ਬੀਬੀ ਬਚਨ ਕੌਰ ਦੇ ਮਾਤਾ ਪਿਤਾ ਨੇ ਚੰਗਾ ਪੜ੍ਹਾਇਆ ਲਿਖਾਇਆ ਸੀਗਾ, ਅਤੇ ਜਿਸ ਦਾ ਕਾਰਨ ਇਹ ਸੀਗਾ ਕਿ ਜ਼ਿਆਦਾ ਪੜ੍ਹਾਈ ਦੇ ਵਿੱਚ ਉਹ ਹੋਣ ਕਰਕੇ ਜਿਹੜੀ ਸੀ ਉਹਨਾਂ ਨੂੰ ਨੌਕਰੀ ਵਕੀਲ ਦੀ ਮਿਲੀ ਆ। ਪਰ ਵਕੀਲ ਦੀ ਨੌਕਰੀ ਮਿਲਣ ਤੋਂ ਬਾਅਦ ਇਹ ਜਿਹੜੀ ਵਕੀਲ ਦੀ ਨੌਕਰੀ ਸੀਗੀ ਇਹਦੇ ਨਾਲ ਇੱਕ ਜਿਹੜਾ ਸੀਗਾ ਉਹਨਾਂ ਦੇ ਉੱਤੇ ਨੁਕਸ ਪੈ ਗਿਆ, ਉਹ ਨੁਕਸ ਸੀ ਉਹਨਾਂ ਦੇ ਦਿਮਾਗ ਦੇ ਵਿੱਚ। ਸੋ ਜਿਹੜਾ ਦਿਮਾਗੀ ਨੁਕਸ ਪੈ ਗਿਆ ਬੀਬੀ ਬਚਨ ਕੌਰ ਜੀ ਦੇ ਭਰਾ ਦੇ ਵਿੱਚ, ਉਹਦੇ ਕਰਕੇ ਘਰ ਦੇ ਜਿਹੜੇ ਸੀ ਉਹ ਬੜੇ ਪਰੇਸ਼ਾਨ ਸੀਗੇ ਵੀ ਦੇਖੋ ਅਸੀਂ ਬੇਟਾ ਵੀ ਪੜ੍ਹਾਇਆ ਹੈਗਾ, ਵਕੀਲ ਵੀ ਬਣਿਆ ਹੈਗਾ, ਪਰ ਇਹਦੇ ਨਾਲ ਇਹਦੇ ਅੰਦਰ ਜਿਹੜਾ ਸੀ ਦਿਮਾਗੀ ਨੁਕਸ ਹੈਗਾ ਇਹ ਵੀ ਪੈ ਗਿਆ ਹੈਗਾ। ਸੋ ਭਾਈ ਜੋਤ ਸਿੰਘ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿ ਬੀਬੀ ਬਚਨ ਕੌਰ ਜੀ ਦੇ ਜਿਹੜੇ ਮਾਤਾ ਪਿਤਾ ਬਾਬਾ ਜਵਾਲਾ ਸਿੰਘ ਜੀ ਅੱਗੇ ਬੇਨਤੀ ਕਰਨ, ਅਤੇ ਜਦੋਂ ਬੇਨਤੀ ਕਰਨਗੇ ਪ੍ਰੇਮ ਦੇ ਅਧੀਨ ਹੋ ਕੇ, ਅਤੇ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਭਰਾ ਦਾ ਜਿਹੜਾ ਦਿਮਾਗੀ ਨੁਕਸ ਹੈ ਉਹ ਵੀ ਦੂਰ ਹੋ ਜਾਵੇਗਾ। ਜਦ ਇਸ ਤਰ੍ਹਾਂ ਜਿਹੜੀ ਗੱਲ ਸੀਗੀ ਇਹ ਭਾਈ ਜੋਤ ਸਿੰਘ ਹੁਣਾਂ ਦੇ ਮਨ ਦੇ ਵਿੱਚ ਸੀਗੀ,
ਪਰ ਕੋਲ ਇੱਕ ਨਾਜਰ ਸਿੰਘ ਸੀ ਜਿਹੜੇ ਬੈਠੇ ਹੋਏ ਸੀ। ਉਹਨਾਂ ਨੇ ਅਚਨਚੇਤ ਭਾਈ ਜੋਤ ਸਿੰਘ ਉਹਨਾਂ ਨੂੰ ਇਹ ਕਹਿਤਾ ਸੀਗਾ ਕਿ ਮੇਰਾ ਚਿੱਤ ਕਰਦਾ ਕਿ ਅਸੀਂ ਆਪਣੇ ਨਗਰ ਦੇ ਵਿੱਚ ਅਖੰਡ ਪਾਠ ਕਰਾਈਏ ਅਤੇ ਇੱਥੇ ਬਾਬਾ ਜਵਾਲਾ ਸਿੰਘ ਉਹਨਾਂ ਨੂੰ ਦੱਸੀਏ ਅਤੇ ਨਾਲੇ ਉਹਦੇ ਚਰਨ ਪਵਾਈਏ ਤਾਂ ਜੋ ਆਲੇ ਦੁਆਲੇ ਇਲਾਕੇ ਦਾ ਭਲਾ ਹੋ ਸਕੇ। ਸੋ ਨਾਜਰ ਸਿੰਘ ਹੁਣਾਂ ਨੇ ਭਾਈ ਜੋਤ ਸਿੰਘ ਨੂੰ ਕਹਿ ਕੇ ਬਾਬਾ ਜਵਾਲਾ ਸਿੰਘ ਹੁਣਾਂ ਨਾਲ ਸਲਾਹ ਕੀਤੀ ਅਤੇ ਬਾਬਾ ਜੀ ਜਿਹੜੇ ਸੀਗੇ ਇਸ ਅਖੰਡ ਪਾਠ ਦੇ ਵਿੱਚ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਰਾਜੀ ਹੋਏ ਆ। ਅਤੇ ਇੱਧਰ ਨਾਜਰ ਸਿੰਘ ਹੁਣਾਂ ਨੇ ਜਦ ਅਖੰਡ ਪਾਠ ਰੱਖਿਆ ਅਤੇ ਜਿਸ ਦਿਨ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਅਤੇ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉੱਥੇ 3 ਦਿਨ ਰਹੇ ਆ। ਇਸ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕੀਤਾ ਬਾਬਾ ਜਵਾਲਾ ਸਿੰਘ ਹੁਣਾਂ ਨੇ। ਪਰ ਜਿਹੜੇ ਨਾਜਰ ਸਿੰਘ ਦੀ ਇੱਕ ਭੈਣ ਸੀਗੀ ਉਹਨੇ ਬਾਬਾ ਜਵਾਲਾ ਸਿੰਘ ਅੱਗੇ ਇੱਕ ਬੇਨਤੀ ਕਰ ਦਿੱਤੀ, ਕਹਿਣ ਲੱਗੀ ਵੀ ਜਿਹੜੇ ਮੇਰੇ ਜੋੜ ਇਹ ਪੂਰੀ ਤਰ੍ਹਾਂ ਜੁੜ ਗਏ ਆ ਅਤੇ ਇਹਨਾਂ ਦੇ ਵਿੱਚ ਦਰਦ ਬੜਾ ਰਹਿੰਦਾ ਹੈਗਾ। ਅਤੇ ਬਾਬਾ ਜਵਾਲਾ ਸਿੰਘ ਨੂੰ ਕਿਹਾ ਕਿ ਤੁਸੀਂ ਕਿਰਪਾ ਕਰੋ ਕਿ ਇਹ ਜਿਹੜਾ ਮੇਰਾ ਰੋਗ ਆ ਕੱਟਿਆ ਜਾਵੇ। ਸੋ ਬਾਬਾ ਜਵਾਲਾ ਸਿੰਘ ਹੁਣਾਂ ਨੇ ਫਿਰ ਉਸ ਟਾਈਮ ਨਾਜਰ ਸਿੰਘ ਦੀ ਭੈਣ ਨੂੰ ਇਹ ਆਖਿਆ ਸੀਗਾ ਕਿ ਬੀਬਾ ਗੱਲ ਇੱਕ ਹੈਗੀ ਆ, ਇਹ ਜਿਹੜਾ ਰੋਗ ਆ ਇਹ ਤੇਰੇ ਪਿਛਲੇ ਪੂਰਬਲੇ ਕਰਮਾਂ ਦਾ ਜਿਹੜਾ ਫਲ ਹੈਗਾ। ਸੋ ਜਿਹੜਾ ਤੇਰਾ ਪੂਰਬਲੇ ਕਰਮਾਂ ਦਾ ਫਲ ਇਹ ਤਾਂ ਤੈਨੂੰ ਹੁਣ ਕੱਟਣਾ ਹੀ ਪੈਣਾ ਹੈਗਾ। ਜਦ ਇੰਨੀ ਗੱਲ ਹੋਈ ਆ ਅਤੇ ਇਹਨਾਂ ਦੀ ਨਾਜਰ ਸਿੰਘ ਦੀ ਭੈਣ ਜਿਹੜੇ ਸੀ ਉਹ ਰੋਣ ਲੱਗ ਪਏ। ਪਰ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਤਰਸ ਆ ਗਿਆ। ਉਹ ਕਹਿਣ ਲੱਗੇ ਬੀਬਾ ਇੱਕ ਚੀਜ਼ ਅਸੀਂ ਕਰ ਸਕਦੇ ਹਾਂ, ਉਹ ਇਹ ਹੈਗਾ ਕਿ ਤੇਰੇ ਜੋੜ ਜਿਹੜੇ ਇਹ ਤਾਂ ਅਸੀਂ ਅਜੇ ਤੱਕ ਨਹੀਂ ਖੋਲ੍ਹ ਸਕਦੇ, ਪਰ ਹਾਂ ਤੇਰੀਆਂ ਜਿਹੜੀਆਂ ਦਰਦਾਂ ਪੂਰੀ ਤਰ੍ਹਾਂ ਗਾਇਬ ਹੋ ਜਾਣੀ। ਅੱਜ ਤੋਂ ਬਾਅਦ ਤੇਰੇ ਜੋੜਾਂ 'ਚ ਦਰਦ ਨਹੀਂ ਹੋਊਗੀ। ਜਸੋ ਇਹ ਬਚਨ ਜਿਹੜਾ ਸੀਗਾ ਬਾਬਾ ਜਵਾਲਾ ਸਿੰਘ ਹੁਣਾਂ ਨੇ ਸਰਦਾਰ ਨਾਜਰ ਸਿੰਘ ਦੀ ਭੈਣ ਨਾਲ ਕੀਤੇ ਸੀ। ਦੇਖੋ ਕਹਿੰਦੇ ਆ ਕਿ ਚਾਹੇ ਉਹ ਬੀਬੀ ਦੇ ਜੋੜ ਨਹੀਂ ਖੁੱਲ੍ਹੇ ਪਰ ਉਹਨਾਂ ਜੋੜਾਂ ਦੇ ਵਿੱਚ ਕਦੀ ਉਹਨੂੰ ਦਰਦ ਵੀ ਨਹੀਂ ਹੋਈ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜੋ ਮਹਾਂਪੁਰਖ ਬੋਲਦੇ ਆ ਉਹ ਬੋਲ ਜਿਹੜੇ ਸਦਾ ਹੀ ਅਟਲਾਦੇ ਹੁੰਦੇ ਆ, ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ ਹੈਗਾ। ਪਰ ਭਾਈ ਜੋਤ ਸਿੰਘ ਉਹਨਾਂ ਦੇ ਮਨ 'ਚ ਸੀਗਾ ਕਿ ਬੀਬੀ ਬਚਨ ਕੌਰ ਦਾ ਭਰਾ ਜਿਹੜਾ ਵਕੀਲ ਲੱਗਾ ਹੈਗਾ, ਜਿਹਦੇ ਦਿਮਾਗੀ ਨੁਕਸ ਜਿਹੜਾ ਉਹ ਬੈਠ ਗਿਆ ਹੈਗਾ ਕਿ ਉਹਦੇ ਮਾਤਾ ਪਿਤਾ ਬਾਬਾ ਜਵਾਲਾ ਸਿੰਘ ਨੂੰ ਬੇਨਤੀ ਕਰਨ 'ਤੇ ਜ਼ਰੂਰ ਹਟ ਜਾਵੇ। ਪਰ ਇੱਕ ਵਾਰ ਕੀ ਹੋਇਆ ਕਿ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀਗੇ ਕਿਸੇ ਅਮਰੂਦਾਂ ਦੇ ਬੂਟੇ ਦੇ ਥੱਲੇ ਜਿਹੜੇ ਸੀਗੇ ਉਹ ਸੰਗਤ ਨਾਲ ਬਚਨ ਪਲਾਸ ਕਰ ਰਹੇ ਸੀਗੇ। ਪਰ ਇੱਕ ਵਾਰ ਹਰਦੇਵ ਸਿੰਘ ਨੇ ਜਿਹੜੇ ਸੀਗੇ ਸਿੱਧਾ ਹੀ ਜਾ ਕੇ ਬਾਬਾ ਜਵਾਲਾ ਸਿੰਘ ਨੂੰ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਬਚਨ ਸਿੰਘ 'ਤੇ ਕਦੋਂ ਕਿਰਪਾ ਹੋਊਗੀ। ਪਰ ਫਿਰ ਮਹਾਂਪੁਰਖ ਜਿਹੜੇ ਸੀਗੇ ਉਹ ਚੁੱਪ ਕਰ ਗਏ, ਕਿਉਂਕਿ ਭਾਈ ਹਰਦੇਵ ਸਿੰਘ ਜੀ ਦਾ ਜਿਹੜਾ ਬੋਲਣ ਦਾ ਢੰਗ ਤਰੀਕਾ ਸੀਗਾ ਮਹਾਂਪੁਰਖਾਂ ਦੇ ਅੱਗੇ ਉਹ ਸਿੱਧਾ ਸੀਗਾ। ਉਹਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਮਹਾਂਪੁਰਖਾਂ ਦੇ ਅਗਰ ਕਿਸੇ ਰੋਗ ਨੂੰ, ਕਿਸੇ ਦੁੱਖ ਤਕਲੀਫ ਨੂੰ ਜਾਣੀ ਕਿ ਆਪਣਾ ਵਿਰਹਾ ਪੀੜ ਦੱਸਣੀ ਹੋਵੇ ਤਾਂ ਕਿਵੇਂ ਮਹਾਂਪੁਰਖਾਂ ਦੇ ਅੱਗੇ ਬੇਨਤੀ ਕਰੀਦੀ ਆ। ਪਰ ਉਹਨੇ ਸਿੱਧੇ ਤੌਰ 'ਤੇ ਸਿੱਧੀ ਗੱਲ ਹੀ ਜਦ ਬਾਬਾ ਜਵਾਲਾ ਸਿੰਘ ਉਹਨਾਂ ਨੂੰ ਕਹੀ, ਜਿਹਨੂੰ ਸੁਣ ਕੇ ਬਾਬਾ ਜਵਾਲਾ ਸਿੰਘ ਜੀ ਕੁਛ ਟਾਈਮ ਚੁੱਪ ਕਰ ਗਏ। ਪਰ ਜਦੋਂ ਸਰਦਾਰ ਹਰਦੇਵ ਸਿੰਘ ਹੁਣੇ ਦੁਬਾਰਾ ਬਚਨ ਕਹੇ ਕਿ ਸਾਨੂੰ ਇਹ ਦੱਸੋ ਕਿ ਬਚਨ ਸਿੰਘ ਕਦੋਂ ਠੀਕ ਹੋਏਗਾ, ਅਤੇ ਫਿਰ ਬਾਬਾ ਜਵਾਲਾ ਸਿੰਘ ਨੇ ਦੱਸਿਆ ਸੀਗਾ, ਕਹਿੰਦੇ ਭਾਈ ਗੱਲ ਇੱਕ ਹੈਗੀ ਆ ਕਿ ਇਹਨੇ ਪਿਛਲੇ ਜਨਮ ਦੇ ਵਿੱਚ ਕਿਸੇ ਸਾਧ ਦਾ ਜਿਹੜਾ ਦਿਲ ਉਹ ਬਹੁਤ ਦਿਖਾਇਆ ਹੈਗਾ। ਜਦੋਂ ਉਹਦਾ ਦਿਲ ਦਿਖਾਇਆ ਹੈਗਾ ਅਤੇ ਉਹ ਦਿਲ ਜਿਹੜਾ ਉਹ ਹੁਣ ਕਰਮ ਬਣ ਕੇ ਇਹ ਜਿਹੜਾ ਹੈਗਾ ਇਹਨੂੰ ਹੁਣ ਉਹਦਾ ਫਲ ਉਸ ਦਿਲ ਦਿਖਾਉਣ ਦਾ ਕਰਮ ਬਣ ਕੇ ਇਸ ਜਨਮ ਦੇ ਵਿੱਚ ਭੁਗਤਣਾ ਪੈਣਾ ਹੈਗਾ। ਫਿਰ ਹਰਦੇਵ ਸਿੰਘ ਕਹਿਣ ਲੱਗਾ ਕਿ ਸਾਨੂੰ ਇਹ ਦੱਸੋ ਕਿ ਬਚਨ ਸਿੰਘ ਠੀਕ ਕਦ ਹੋਏਗਾ। ਫਿਰ ਬਾਬਾ ਜਵਾਲਾ ਸਿੰਘ ਨੇ ਕਿਹਾ ਸੀਗਾ ਕਿ ਜਿਸ ਦਿਨ ਇਹਦਾ ਕਰਮ ਫਲ ਜਿਹੜਾ ਪੂਰਾ ਹੋ ਗਿਆ ਉਹ ਦਿਨ ਇਹ ਠੀਕ ਹੋਊਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਹਾਂਪੁਰਖਾਂ ਦੇ ਨਾਲ ਜਿਹੜੇ ਕੀਤੇ ਬਚਨ ਹੈਗੇ ਆ, ਉਹਨਾਂ ਬਚਨਾਂ ਵਿੱਚ ਜਦ ਤੱਕ ਨਿਮਰਤਾ ਅਤੇ ਮਿਠਾਸ ਨਹੀਂ ਆਉਂਦੀ ਤਦ ਤੱਕ ਮਹਾਂਪੁਰਖ ਕਿਸੇ ਵੀ ਬਚਨ ਦਾ ਦੁੱਖ ਜਿਹੜਾ ਕੱਟਣਾ ਜਿਹੜਾ ਹੈਗਾ ਉਹ ਓਨਾ ਮੁਨਾਸਬ ਨਹੀਂ ਸਮਝਦੇ ਜਿੰਨਾ ਮੁਨਾਸਬ ਜਿਹੜਾ ਉਸ ਦਰਦੀ ਦਾ ਦੁੱਖ ਹੈਗਾ, ਜਿਹੜਾ ਮੁਨਾਸਬ ਪੂਰੀ ਤਰ੍ਹਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਢਹਿ ਪਿਆ ਹੈਗਾ। ਜਿੰਨੇ ਮਹਾਂਪੁਰਖਾਂ ਦਾ ਦਿਲ ਜਿੱਤ ਲਿਆ ਹੈਗਾ ਅਤੇ ਉਹ ਮਹਾਂਪੁਰਖ ਉੱਤੇ ਟੁੱਟ ਕੇ ਉੱਤੇ ਪਤੀਜ ਕੇ ਫਿਰ ਉਹਦੇ ਸਾਰੇ ਰੋਗ ਦੁੱਖ ਦੂਰ ਕਰ ਦਿੰਦੇ ਹੈ। ਫਿਰ ਹਾਲ ਇਸੇ ਤਰ੍ਹਾਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਇਹ ਆਪਣੇ ਜਿੰਨੇ ਵੀ ਸੇਵਕ ਸੀਗੇ ਇਹਨਾਂ ਦੇ ਨਾਲ ਜੋ ਵੀ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਦਰਸ਼ਨਾਂ ਦੇ ਵਿੱਚ ਜੋ ਵੀ ਇਹਨਾਂ ਦੇ ਨਾਲ ਪ੍ਰੀਤ ਕੀਤੀ ਆ, ਇਹ ਪ੍ਰੀਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਜਿਹੜੀ ਸੀ ਆਪਣੇ ਸਵਾਸਾਂ ਤੱਕ ਇਸੇ ਤਰ੍ਹਾਂ ਜਿਹੜੀ ਸੀਗੀ ਉਹ ਚਲਾਉਂਦੇ ਗਏ ਆ। ਸੋ ਖੈਰ ਫਿਰ ਹਾਲ ਇੰਨੇ ਬਚਨ ਕਰਦਾ ਹੋਇਆ 10 ਖੇਮਾਂ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।